ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ बर श्री हर गोविंद हरि राय हर कृष्ण गुरु तेग बहादुर चंद दस में गोविंद सिंह गुरु नमो चरण अरविंद जिसमें है अमृत ज्ञान है मानक भगत वैराग श्री गुरु ग्रंथ साहिब उदद बंदो कर अनुराग। सतनाम श्री वाहिगुरु साहिब जियो। खड़ग सिपर को तन लगाए कर वहर फिरियो सब ग्राम दिखाए। पैंदा बहुत विसूरत विस्मयो पियो न पानी भोज न खाए। खड़ग सिपर को तन लगाए कर। वाहिगुरु जी का खालसा वाहिगुरु जी की फतेह। सन्मानयोग गुरु प्यारी साध संगत जी, सतगुरु जी ने किरपा करके सानू साध संगत बख्शी है। लड़ीवार मीरी अते पीरी दे मालक जी साहिब श्री गुरु हरगोबिंद साहिब जी महाराज तिन्हां दे पावन पवित्र इतिहास नूं असी सरवण करते आ रहे हाँ। पिछले प्रसंग विच आप जी ने सरवण कीता सी जदों बदखशां देश तो चल के गुरु महाराज पास एक सुदागर सिख आया। बड़ियां ही कीमती वस्तुआं जिस दे विच सुंदर कलगी, एक सुंदर पोशाक, बहुत सुंदर घोड़ा ते सफेद रंग दा बाज, एक खंडा ते एक ढाल गुरु महाराज वास्ते एक सिख लैके आया। तो सतगुरु जी ने उहदे विचों कुछ दातां जिहड़ियां सन वो पैंदे खां नूं दे दित्तियां, जिहदे विच एक घोड़ा ते पोशाक ते खंडा सी, एक पगड़ी सी। पैंदे खां बड़ा प्रसन्न होके आ रहा सी ते रास्ते विच उसदा दामाद असमान खां उहनूं मिलिया है, जिन्हें आख्या कि ये दातां तू कित्थों प्राप्त कीतियां ने। पैंदे खां कहण लगा मैं गुरु महाराज तू प्राप्त कीतियां हन। तां ओह इन्हां नूं मंगण लगा कि ये तू मैनूं दे दे, पर पैंदे खां ने जवाब दे दिता। ते फिर वो जिहड़ा इहदा दमाद सी उहने फिर अपनी सस दे कोल जाके बड़ा विरलाप कीता। आख्या जे तुसी मैनूं ये वस्तुआं नहीं देवोगे ना ते फिर मैं घर बार छड्ड दांगा, फकीर हो जाऊँगा, अपनी जान भी जिहड़ी अपने आप नूं खत्म कर देवांगा। तां फिर जदों पैंदे खां घर दे विच आउंदा है तो उसकी पत्नी जिहड़ी आ उहनूं बड़ा झिड़कदी आ, झाड़ पाउंदी आ
ਤੇ ਜਦੋਂ ਉਹਦੇ ਕੱਪੜੇ ਜਿਹੜੇ ਪੋਸ਼ਾਕ ਹੁੰਦੇ ਨੇ ਉਤਾਰ ਕੇ ਟੰਗਦਾ ਹੈ ਗਰਮੀ ਕਾਰਨ, ਤਾਂ ਉਹ ਉਹਦੇ ਹੱਥੋਂ ਖੋਹ ਲੈਂਦੀ ਹੈ। ਇੱਥੋਂ ਤੱਕ ਆਪ ਜੀ ਨੇ ਇਹ ਵਾਲਾ ਪ੍ਰਸੰਗ ਜਿਹੜਾ ਸੀ ਸਰਵਣ ਕੀਤਾ ਸੀ। ਸੋ ਗੁਰੂ ਕੇ ਪਿਆਰਿਓ, ਆਓ ਅੱਗੇ ਕਿਵੇਂ ਕਿਵੇਂ ਪੈਂਦੇ ਖਾਂ ਦਾ ਪ੍ਰਸੰਗ ਤੇ ਉਹਦੀ ਬੇਮੁਖਤਾ ਦਾ ਪ੍ਰਸੰਗ ਆ ਰਿਹਾ ਹੈ। ਜਿਵੇਂ ਜਿਵੇਂ ਕਵੀ ਜੀ ਕਹਿੰਦੇ ਨੇ, ਗੁਰੂ ਮਹਾਰਾਜ ਜਿਵੇਂ ਬੁਲਾਉਣਗੇ, ਆਓ ਪਿਆਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੈਠਿਓ ਰਹਿਓ ਬਸੂਰਤ ਮੂਰਖ, ਕਿਸ ਪ੍ਰਕਾਰ ਨਹਿ ਬਣਿਓ ਉਪਾਏ। ਕਵੀ ਜੀ ਫਰਮਾਉਂਦੇ ਨੇ, ਕਹਿੰਦੇ ਨੇ ਕਿ ਜਦੋਂ ਉਹਦੇ ਹੱਥੋਂ ਝਟਕਾ ਮਾਰ ਕੇ ਪੋਸ਼ਾਕ ਖੋਲੀ ਹੈ ਨਾ ਪੈਂਦੇ ਖਾਂ ਦੀ ਪਤਨੀ ਨੇ, ਤਾਂ ਇਹ ਮੂਰਖ ਜਿਹੜਾ ਸੀ ਮਨ ਦੇ ਵਿੱਚ ਬੜਾ ਹੀ ਮੁਰਝਾਇਆ ਹੋਇਆ ਬੈਠਿਆ ਰਿਹਾ, ਕਿਉਂਕਿ ਕਿਸੇ ਪ੍ਰਕਾਰ ਵੀ ਇਹ ਤੋਂ ਕੋਈ ਉਪਾਅ ਨਹੀਂ ਹੋਇਆ ਹੈ। ਖਾਂ ਅਸਮਾਨ ਸਾਸ ਤੇ ਲੈ ਕਰ, ਹੀਰਤ ਰਹਿਓ ਹਿਰਦੈ ਹਰ ਖਾਏ। ਇਵੇਂ ਅਸਮਾਨ ਖਾਂ ਜਿਹੜਾ ਸੀ ਨਾ, ਇਹਦਾ ਦਾਮਾਦ, ਪੋਸ਼ਾਕ ਨੂੰ ਆਪਣੀ ਸੱਸ ਦੇ ਪਾਸੋਂ ਪ੍ਰਾਪਤ ਕਰਕੇ ਬਹੁਤ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ ਹੈ। ਨਹਿਨ ਬਿਲੋਕੇ ਬਸਤਰ ਕਬਹੂ ਅਸ, ਕਹਾਂ ਪਹਿਰ ਬੇ ਮਹਿ ਤਿਸ ਆਏ। ਜਿਹੜੇ ਕੱਪੜੇ ਕਦੇ ਜ਼ਿੰਦਗੀ ਵਿੱਚ ਵੇਖੇ ਨਹੀਂ ਸੀਗੇ ਨਾ, ਤੇ ਉਹ ਇਹਦੇ ਪਹਿਨਣ ਵਾਸਤੇ ਆ ਗਏ ਸਨ। ਇਸ ਕਰਕੇ ਅੱਜ ਇਹ ਬੜਾ ਖੁਸ਼ ਹੋ ਰਿਹਾ। ਉਹ ਚੀਜ਼ ਜਿਹਨੂੰ ਮਨਾ ਕਰ ਦਿੱਤਾ ਸੀ ਦੇਣ ਵਾਸਤੇ ਪੈਂਦੇ ਖਾਂ ਨੇ, ਆਪਣੀ ਸੱਸ ਦੀ ਮਦਦ ਦੇ ਦੁਆਰਾ ਇਹਨੂੰ ਪ੍ਰਾਪਤ ਹੋ ਗਈ ਹੈ। ਚੀਰਾ ਸ਼ੇਰਦਾਰ ਸਿਰ ਬੰਦਿਓ, ਕੋਸ਼ਿਸ਼ ਪਹਿਰੀ ਅੰਗ ਸਜਾਏ। ਐਵੇਂ ਫਿਰ ਜਿਹੜਾ ਸਮਾਨ ਖਾਂ ਸੀ ਨਾ, ਉਹਨੇ ਇਹ ਛੋਲੇਦਾਰ ਜਿਹੜੀ ਪਗੜੀ ਆ ਬੜੀ ਸੁੰਦਰ ਹੈ, ਜਿਹਦੇ ਉੱਪਰ ਜਰੀ ਦਾ ਕੰਮ ਹੋਇਆ ਹੈ, ਤੇ ਸਿਰ ਤੇ ਸਜਾ ਲਈ ਆ, ਤੇ ਕੱਪੜੇ ਵੀ ਉਹ ਜਾਮਾ ਸਰੀਰ ਤੇ ਪਾ ਕੇ ਨਾ ਆਪਣੇ ਅੰਗਾਂ ਨੂੰ ਸਜਾ ਲਿਆ ਹੈ। ਖੜਗ ਸਿਪਰ ਕੋ ਤਨ ਲਗਾਏ ਕਰ, ਵਹਿਰ ਫਿਰਿਓ ਸਭ ਗ੍ਰਾਮ ਦਿਖਾਏ। ਇਵੇਂ ਤਲਵਾਰ ਨੂੰ, ਢਾਲ ਨੂੰ ਸਰੀਰ ਤੇ ਪਹਿਨ ਕੇ ਸਾਰੀ ਨਗਰੀ ਦੇ ਵਿੱਚ ਨਾ ਵਿਖਾਉਂਦਾ ਫਿਰਦਾ ਹੈ, ਚਾਰੇ ਪਾਸੇ ਗੇੜੇ ਦੇ ਰਿਹਾ ਹੈ। ਪੈਂਦਾ ਬਹੁਤ ਬਸੂਰਤ ਬਿਸਮਿਓ, ਪੀਓ ਨਾ ਪਾਣੀ ਭੋਜ ਨਾ ਖਾਏ। ਪੈਂਦੇ ਖਾਂ ਬਹੁਤ ਜ਼ਿਆਦਾ ਦੁਖੀ ਹੋ ਗਿਆ, ਮੁਰਝਾ ਗਿਆ, ਨਾ ਪਾਣੀ ਪੀਂਦਾ ਸੀ ਤੇ ਨਾ ਕੁਝ ਖਾਂਦਾ ਸੀ। ਹੁਣ ਪਰਿਓ ਨਿਸਾ ਮਹਿ ਚਿੰਤਾ ਕੇ ਬਸ, ਨਹੀਂ ਬਿਲੋਚਨ ਅੰਦਰਾ ਪਾਏ। ਸਾਰੀ ਰਾਤ ਚਿੰਤਾ ਦੇ ਵਸ 'ਚ ਪਿਆ ਰਿਹਾ, ਅੱਖਾਂ ਦੇ ਵਿੱਚ ਨੀਂਦ ਨਹੀਂ ਆਈ ਇਸ ਨੂੰ, ਕਿਉਂਕਿ ਹੁਣ ਚਿੰਤਾ ਲੱਗ ਗਈ। ਜਿਹੜੀਆਂ ਚੀਜ਼ਾਂ ਆਖਦਾ ਸੀ ਗੁਰੂ ਨੇ ਮੈਨੂੰ ਹੀ ਦਿੱਤੀਆਂ ਨੇ, ਉਹ ਹੁਣ ਸਾਰਾ ਕੁਝ ਖੋਹ ਕੇ ਇਹਦੀ ਪਤਨੀ ਨੇ ਤੇ ਆਪਣੇ ਦਾਮਾਦ ਅਸਮਾਨ ਖਾਨ ਨੂੰ ਦੇ ਦਿੱਤਾ ਨਾ, ਤੇ ਚਿੰਤਾ ਦੇ ਵਿੱਚ ਹੁਣ ਇਹਨੂੰ ਨੀਂਦ ਵੀ ਨਹੀਂ ਆਈ ਹੈ। ਜਾਗਤ ਹੀ ਪ੍ਰਭਾਤ ਹੋਏ ਆਈ, ਰੋਗਾ ਤੁਰ ਸਮ ਪੌੜ ਰਹਾਏ। ਹੁਣ ਜਾਗਦਿਆਂ ਹੀ ਸਵੇਰ ਹੋ ਗਈ ਆ, ਤੇ ਰੋਗੀਆਂ ਦੇ ਵਾਂਗ ਨਾ ਲੇਟਿਆ ਹੋਇਆ ਹੈ, ਅਜੇ ਵੀ ਉੱਠਿਆ ਨਹੀਂ ਜਾਂਦਾ ਹੈ। ਰਾਤ ਜਾਨ ਅਸਮਾਨ ਖਾਨ ਤਬ, ਕਰ ਇਸ਼ਨਾਨ ਬੌਸ਼ਿਸ਼ ਪਹਿਰੰਤ। ਤੇ ਸਵੇਰ ਜਦੋਂ ਹੋਈ ਜਾਣ ਕੇ ਨਾ, ਅਸਮਾਨ ਖਾਨ ਨੇ ਇਸ਼ਨਾਨ ਕਰਕੇ ਉਹ ਪੋਸ਼ਾਕਾ ਜਿਹੜਾ ਸੀ ਗੁਰੂ ਮਹਾਰਾਜ ਨੇ ਦਿੱਤਾ ਸੀ ਪੈਂਦੇ ਖਾਂ ਨੂੰ, ਉਹ ਹੁਣ ਪਹਿਨ ਲਿਆ ਹੈ। ਚੀਰਾ ਸ਼ੂਰਦਾਰ ਸਿਰ ਸਜ ਕੈ, ਜਰੀਦਾਰ ਪਾਸੇ ਲਰਕੰਤ। ਉਹ ਜਿਹੜੀ ਸ਼ੋਰਦਾਰ ਜਿਹੜੀ ਪਗੜੀ ਆ ਨਾ, ਬਹੁਤ ਜ਼ਿਆਦਾ ਸੁੰਦਰ ਕੱਪੜੇ ਦੀ ਬਣੀ ਹੋਈ, ਉਹਨੂੰ ਸਿਰ ਤੇ ਬੰਨ੍ਹ ਕੇ ਜਰੀਦਾਰ ਜਿਹੜਾ ਪੱਲਾ ਉਹਦੇ ਪਿੱਛੇ ਲਮਕ ਰਿਹਾ ਸੀ। ਖੰਡਾ ਸਿਪਰ ਲਗਾਏ ਅੰਗ ਸੋ, ਦੇਖ ਸ਼ੋਭਾ ਤਨ ਮਨ ਹਰ ਖੰਤ। ਖੰਡਾ ਤੇ ਢਾਲ ਜਿਹੜੀ ਆ ਆਪਣੇ ਸਰੀਰ ਤੇ ਪਹਿਨ ਕੇ ਆਪਣੇ ਸਰੀਰ ਦੀ ਸੋਭਾ ਨੂੰ ਵੇਖ ਰਿਹਾ ਸੀ, ਹੁਣ ਬੜਾ ਖੁਸ਼ ਹੋ ਰਿਹਾ ਸੀ। ਪੈਂਦ ਖਾਨ ਕੇ ਬਿਨਾ ਬੂਝਬੇ, ਹੈ ਪਰ ਜੀਨ ਪਾਏ ਦੁਤਵੰਤ। ਉਹ ਘੋੜਾ ਜਿਹੜਾ ਕਦੇ ਪੈਂਦੇ ਖਾਂ ਤੋਂ ਮੰਗਦਾ ਸੀ ਨਾ, ਤੇ ਉਹਨੂੰ ਪੁੱਛਣ ਤੋਂ ਬਗੈਰ ਹੀ ਹੁਣ ਘੋੜੇ ਤੇ ਕਾਠੀ ਪਾ ਲਈ ਐ ਇਸਨੇ, ਉੱਤੇ ਸਵਾਰੀ ਕਰਨ ਦਾ ਮਨ ਬਣਾ ਲਿਆ ਹੈ। ਕਰ ਚਿਤ ਚੌਂਪ ਰੋਹ ਭਇਓ ਹੈ,
ਵਹਿਰ ਅਖੀਰ ਕਰਨ ਕੋ ਚਾਲ। ਚਿੱਤ ਦੇ ਵਿੱਚ ਬੜਾ ਪ੍ਰਸੰਨ ਹੋ ਕੇ ਤੇ ਘੋੜੇ ਤੇ ਚੜ ਗਿਆ ਹੈ ਤੇ ਬਾਹਰ ਨੂੰ ਸ਼ਿਕਾਰ ਖੇਡਣ ਨੂੰ ਚਲਾ ਗਿਆ। ਮੁਦਤ ਫੇਦਾਵਤ ਕਬਹੂ ਭਜਾਵਤ, ਜਿਸ ਮੈਂ ਗੁਣ ਚਪਲਾਏ ਵਿਸਾਲ। ਉਹ ਘੋੜਾ ਜਿਹਦੇ ਵਿੱਚ ਬੜੇ ਗੁਣ ਨੇ ਨਾ, ਜਿਹੜਾ ਮਹਾਰਾਜ ਨੂੰ ਸਿੱਖ ਨੇ ਭੇਟ ਕੀਤਾ ਸੀ, ਸਤਿਗੁਰੂ ਜੀ ਨੇ ਪੈਂਦੇ ਖਾਂ ਨੂੰ ਹੁਣ ਉਹਦੇ ਦਾਮਾਦ ਕੋਲੇ ਆ ਗਿਆ ਹੈ। ਉਹਨੂੰ ਕਦੇ ਕਦਵਾਉਂਦਾ ਹੈ, ਟਪਾਉਂਦਾ ਹੈ, ਛਾਲਾਂ ਮਰਵਾਉਂਦਾ। ਉਹ ਘੋੜਾ ਜਿਹਦੇ ਵਿੱਚ ਬੜੀ ਚੰਚਲਤਾ ਤੇ ਮਹਾਨ ਗੁਣ ਸਨ। ਬਨ ਮੈਂ ਗਇਓ ਫਿਰਿਓ ਇਤ ਉਤ ਕੋ ਖੋਜਤ, ਮਿਰਗਨ ਬਿਹੰਗਨ ਜਾਲ। ਇਸ ਪ੍ਰਕਾਰ ਜੰਗਲ ਦੇ ਵਿੱਚ ਗਿਆ, ਕਦੇ ਸੱਜੇ ਕਦੇ ਖੱਬੇ, ਇੱਧਰ ਉੱਧਰ ਤੱਕਿਆ ਹੈ। ਹਿਰਨਾਂ ਨੂੰ ਲੱਭ ਰਿਹਾ, ਪੰਛੀਆਂ ਨੂੰ, ਝੁੰਡਾਂ ਨੂੰ ਲੱਭ ਰਿਹਾ ਸੀ। ਬਹੁ ਫਿਰ ਕਰ ਇੱਕ ਗ੍ਰਾਮ ਬਾਗ ਟਿਗ, ਤਿਸ ਮਹਿ ਬੈਠਿਓ ਆਏ ਸੁਖਾਲ। ਬਹੁਤ ਫਿਰ ਕੇ ਨਾ ਇੱਕ ਫਿਰ ਪਿੰਡ ਦੇ ਇੱਕ ਬਾਗ ਦੇ ਪਾਸ ਆ ਗਿਆ। ਬੜੇ ਆਰਾਮ ਦੇ ਨਾਲ ਨਾ ਉੱਥੇ ਆ ਕੇ ਬੈਠ ਗਿਆ। ਜਦੋਂ ਸ੍ਰੀ ਗੁਰ ਦਿੱਤਾ ਪਿਤਾ ਬਚਨ ਤੇ, ਰਾਤ ਭਏ ਤਿਆਰੀ ਨਿਜ ਕੀਨ। ਉਧਰੋਂ ਦੂਸਰੇ ਪਾਸੇ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਨੂੰ ਮਹਾਰਾਜ ਨੇ ਚਿੱਟੇ ਰੰਗ ਦਾ ਬਾਜ ਦੇ ਦਿੱਤਾ ਸੀ ਨਾ, ਕਿ ਤੁਸੀਂ ਵੀ ਇਹਦੇ ਨਾਲ ਸ਼ਿਕਾਰ ਖੇਡੋ, ਇਹਦੇ ਗੁਣਾਂ ਬਾਰੇ ਜਾਣੋ, ਤਾਂ ਗੁਰੂ ਪਿਤਾ ਜੀ ਦੇ ਬਚਨਾਂ ਨੂੰ ਕਮਾਉਣ ਲਈ ਉਹਨਾਂ ਨੇ ਵੀ ਤਿਆਰੀਆਂ ਕੀਤੀਆਂ ਹਨ। ਜਦੋਂ ਸੁੰਦਰ ਹੈ ਪਰ ਜੀਨ ਬਵਾਇਵ, ਮੀਰ ਸ਼ਿਕਾਰ ਹਕਾਰ ਸੋਲੀਨ। ਜਿਵੇਂ ਫਿਰ ਸੁੰਦਰ ਘੋੜੇ ਤੇ ਕਾਠੀ ਪਵਾ ਬਾਬਾ ਗੁਰਦਿੱਤਾ ਜੀ ਸ਼ਿਕਾਰ ਦੇ ਮੀਰ ਨੂੰ ਆਵਾਜ਼ ਮਾਰ ਕੇ ਬੁਲਾ ਲਿਆ ਹੈ। ਅਪਰ ਸੁਬਟ ਕਸ ਸੰਗ ਚੜਾਇਵ, ਪੈਂਦੇ ਖਾਂ ਆਇਵ ਨਹਿ ਚੀਨ। ਕੁਝ ਹੋਰ ਯੋਧਿਆਂ ਨੂੰ ਵੀ ਨਾਲ ਲੈ ਲਿਆ ਬਾਬਾ ਗੁਰਦਿੱਤਾ ਜੀ ਨੇ, ਪਰ ਪੈਂਦੇ ਖਾਂ 'ਚ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਤਾਂ ਘਰ ਦੇ ਵਿੱਚ ਹੀ ਆ ਨਾ। ਮਹਾਰਾਜ ਨੇ ਆਖਿਆ ਸੀ ਤੁਸੀਂ ਵੀ ਆਇਓ, ਸ਼ਿਕਾਰ ਖੇਡਿਓ, ਬਾਬਾ ਗੁਰਦਿੱਤਾ ਜੀ ਦੇ ਨਾਲ ਜਾਇਓ, ਪਰ ਪੈਂਦੇ ਖਾਂ 'ਚ ਨਜ਼ਰ ਨਹੀਂ ਆ ਰਿਹਾ ਹੈ। ਕਰਤ ਪ੍ਰਤੀਖਨ ਬਹੁਰ ਅਰੂਢੇ ਲੈ ਕਰ ਸਾਥ, ਸੋ ਬਾਜ ਨਵੀਨ। ਇਸ ਪ੍ਰਕਾਰ ਕੁਝ ਸਮਾਂ ਤਾਂ ਇੰਤਜ਼ਾਰ ਕੀਤਾ ਹੈ, ਉਡੀਕਿਆ ਬਾਬਾ ਜੀ ਗੁਰਦਿੱਤਾ ਜੀ ਨੇ ਕਿ ਹੁਣ ਵੀ ਪੈਂਦੇ ਖਾਂ ਆਵੇਗਾ, ਪਰ ਨਹੀਂ। ਜਦੋਂ ਆਇਆ ਨਾ ਤੇ ਫਿਰ ਆਪਣੇ ਹੱਥ ਤੇ ਉਹ ਬਾਜ ਨੂੰ ਬਿਠਾ ਕੇ ਤੇ ਘੋੜਿਆਂ ਤੇ ਸਵਾਰ ਹੋ ਕੇ ਜੰਗਲ ਵੱਲ ਗਏ ਹਨ। ਜਦੋਂ ਗਮਨੇ ਜਬ ਉਦਿਆਨ ਪਹੁੰਚੇ, ਬਾਜ ਬਿਹੰਗਨ ਪਰ ਛਟਵਾਏ। ਤੇ ਫਿਰ ਚੱਲ ਕੇ ਨਾ ਜਦੋਂ ਜੰਗਲ ਵਿੱਚ ਗਏ ਨੇ, ਤਾਂ ਉੱਥੇ ਉਹ ਜਿਹੜਾ ਸਫੇਦ ਰੰਗ ਦਾ ਬਾਜ ਸੀ, ਜਿਹਦੀ ਬੜੀ ਕੀਮਤ ਸੀ, ਉਹਨੂੰ ਪੰਛੀਆਂ ਦੇ ਉੱਪਰ ਛੱਡਿਆ ਗਿਆ ਹੈ। ਗਹੇ ਕਿਤਕ ਤਿਸ ਤਾਮੋ ਦੇ ਪੁਨ, ਅਦਖ ਸ਼ਿਕਾਰ ਕੀਨ ਮਨ ਪਾਏ। ਬਹੁਤ ਸਾਰੇ ਪੰਛੀਆਂ ਨੂੰ ਉਸ ਫੜਿਆ, ਫਿਰ ਉਸ ਨੂੰ ਲਾਲਚ ਦੇ ਕੇ ਨਾ ਫਿਰ ਮਨ ਭਾਉਂਦਾ ਸ਼ਿਕਾਰ ਬਾਬਾ ਗੁਰਦਿੱਤਾ ਜੀ ਨੇ ਉਸ ਬਾਜ ਦੁਆਰਾ ਕੀਤਾ ਹੈ। ਕਰਹਿ ਸਰਾਹਨ ਬਾਜ ਅਮੋਲਕ, ਇਸ ਕੇ ਸਾਹਮਣੇ ਪਿਖਿਓ ਕਦਾਏ। ਸਾਰੇ ਫਿਰ ਉਸ ਬਾਜ ਦੀ ਜਿਹੜੀ ਆ ਨਾ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਨ, ਤੇ ਬਾਜ ਕਹਿੰਦੇ ਸੀ ਬੜਾ ਅਮੋਲਕ ਆ, ਇਹਦੇ ਵਰਗਾ ਚਿੱਟੇ ਰੰਗ ਦਾ ਬਾਜ, ਸਫੇਦ ਰੰਗ ਦਾ ਬਾਜ ਪਹਿਲਾਂ ਨਹੀਂ ਕਦੇ ਦੇਖਿਆ ਹੈ। ਝਪਟਤ ਖਗ ਕੋ ਜਾਨ ਨ ਦੇਤੋ, ਭਖਿਅਤ ਮਾਸ ਭਇਓ ਤ੍ਰਿਪਤਾਏ। ਕਹਿੰਦੇ ਝਟਪਟ ਹੀ ਅੱਖ ਦੇ ਫੁਰਕੇ ਜਿੰਨੇ ਸਮੇਂ ਦੇ ਵਿੱਚ ਨਾ, ਝਮਕਣ ਜਿੰਨੇ ਸਮੇਂ 'ਚ ਪੰਛੀ ਤੇ ਝਪਟ ਮਾਰਦਾ ਹੈ, ਜਾਣ ਨਹੀਂ ਦਿੰਦਾ, ਤੇ ਮਾਸ ਖਾ ਖਾ ਕੇ ਉਹ ਬਹੁਤ ਰੱਜ ਗਿਆ ਹੈ। ਹੁਣ ਗਇਓ ਅਗਾਏ ਨਾ ਤਿਆਗਿਓ ਸੋ ਗੁਣ, ਸ੍ਰੀ ਗੁਰ ਦਿੱਤੇ ਹਟਬੋ ਕੀਨ। ਫਿਰ ਐਵੇਂ ਨਾ ਖਿਆਲ ਰਹਿਤ ਹੋ ਕੇ ਅੱਗੇ ਗਏ ਨੇ ਤੇ ਪੈਂਡਾ ਛੱਡਿਆ ਨਹੀਂ ਹੈ। ਬਾਬਾ ਗੁਰਦਿੱਤਾ ਜੀ ਨੇ ਫਿਰ ਹਟਣ ਵਾਸਤੇ ਕਿਹਾ ਹੈ। ਜਦੋਂ ਦਿਨ ਕੁਛ ਚੜਿਓ ਕਾਮ ਪਾਤੀਸ਼ਨ, ਸ੍ਰੀ ਕਰਤਾਰਪੁਰੇ ਮਗਲੀਨ। ਇਵੇਂ ਫਿਰ ਦਿਨ ਬਹੁਤ ਜ਼ਿਆਦਾ ਚੜ ਚੁੱਕਾ ਸੀ ਤੇ ਗਰਮੀ ਦਾ ਮੌਸਮ ਸੀ, ਗਰਮੀ ਬਹੁਤ ਹੋ ਗਈ। ਇਸ ਕਰਕੇ ਫਿਰ ਜਦੋਂ ਵਾਪਸ ਕਰਤਾਰਪੁਰ ਵਾਲਾ ਰਸਤਾ ਜਿਹੜਾ ਲਿਆ ਹੈ, ਪੈਂਦ ਖਾਨ ਕੇ ਗ੍ਰਾਮ ਬਰੋਬਰ, ਉਤੇ ਝੀਲ ਤਹਿ ਆਏ ਸੋ ਚੀਨ। ਪੈਂਦੇ ਖਾਂ ਦਾ ਜਿਹੜਾ ਪਿੰਡ ਸੀ ਉੱਥੇ ਲਾਗੇ ਹੀ ਸੀ। ਉੱਥੇ ਆ ਕੇ ਬਾਬਾ ਗੁਰਦਿੱਤਾ ਜੀ
ਤੇ ਬਾਕੀ ਸੇਵਕਾਂ ਨੇ ਨਾ ਇੱਕ ਝੀਲ ਬਣੀ ਹੋਈ ਦੇਖੀ। ਨਿਕਸ ਸੁਕਾਬ ਚੱਲਿਓ ਉਡ ਨਭ ਕੋ ਸਭਨ ਬਿਲੋਕਿਓ ਤਿਤ ਦ੍ਰਿਗ ਦੀਨ। ਉਵੇਂ ਇੱਕ ਸੁਰਖਾਬ ਜਿਹੜਾ ਸੀ ਨਾ ਪੰਛੀ ਆਕਾਸ਼ ਦੇ ਵੱਲ ਉੱਡ ਕੇ ਚੱਲਿਆ। ਜਦੋਂ ਸਾਰਿਆਂ ਨੇ ਫਿਰ ਉਹਨੂੰ ਅੱਖਾਂ ਦੇ ਨਾਲ ਤੱਕਿਆ ਹੈ। ਸ੍ਰੀ ਗੁਰ ਦਿੱਤੇ ਹੁਕਮ ਕਰਿਓ ਤਬ ਤਜਹੁ ਬਾਜ ਇਸ ਲਿਹੋ ਗਹਾਏ। ਫਿਰ ਬਾਬਾ ਗੁਰਦਿੱਤਾ ਜੀ ਨੇ ਹੁਕਮ ਕੀਤਾ, ਕਹਿੰਦੇ ਹੁਣ ਫਿਰ ਬਾਜ ਨੂੰ ਛੱਡੋ ਤਾਂ ਕਿ ਪੰਛੀ ਨੂੰ ਫੜ ਕੇ ਲੈ ਆਵੇ ਇੱਥੇ। ਮੀਰ ਸ਼ਿਕਾਰ ਹਟਤ ਬਹੁ ਤੇਰਾ ਅਬ ਇਹੋ ਗਹੇ ਨਾ ਰਹੇ ਤ੍ਰਿਪਤਾਏ। ਇਵੇਂ ਫਿਰ ਮੀਰ ਸ਼ਿਕਾਰੀ ਨੇ ਬਹੁਤ ਰੋਕਿਆ ਕਿ ਹੁਣੇ ਬਹੁਤ ਰੱਜਿਆ ਹੋਇਆ ਹੈ ਬਾਜ, ਇਹ ਹੁਣ ਨਹੀਂ ਕਿਸੇ ਵੀ ਪੰਛੀ ਨੂੰ ਫੜੇਗਾ। ਹੁਣ ਇਹ ਰੱਜਿਆ ਹੋਣ ਕਰਕੇ ਨਾ ਇਸ ਨੂੰ ਆਪਾਂ ਨੂੰ ਨਹੀਂ ਛੱਡਣਾ ਚਾਹੀਦਾ ਹੈ। ਤਉ ਛਟਾਇਵ ਗਇਓ ਗਗਨ ਕੋ ਨਹਿ ਸੁਕਾਬ ਕੋ ਪਾਸ਼ੈ ਧਾਏ। ਫਿਰ ਵੀ ਉਹ ਬਾਜ ਨੂੰ ਛੱਡ ਦਿੱਤਾ, ਆਕਾਸ਼ ਦੇ ਵੱਲ ਚੜ ਗਿਆ ਜਦੋਂ, ਤੇ ਉਹ ਜਿਹੜਾ ਪੰਛੀ ਸੀ ਨਾ ਸੁਰਖਾਬ ਪੰਛੀ ਉਹਦੇ ਪਿੱਛੇ ਨਾ ਗਿਆ ਹੈ। ਜਹ ਅਸਮਾਨ ਖਾਨ ਥੋ ਉਤਰਿਓ ਤਿਸੀ ਬਾਗ ਮਹਿ ਪਰਵਿਸ਼ਿਓ ਜਾਏ। ਹੁਣ ਜਿਹੜੇ ਬਾਗ ਦੇ ਵਿੱਚ ਅਸਮਾਨ ਖਾਂ ਭਾਵ ਕੀ ਪੈਂਦੇ ਖਾਂ ਦਾ ਦਮਾਦ ਬੈਠਾ ਸੀ ਨਾ, ਤੇ ਉਸੇ ਬਾਗ ਵਿੱਚ ਹੀ ਇਹ ਬਾਜ ਜਾ ਕੇ ਦਾਖਲ ਹੋਇਆ ਹੈ। ਉਤੇ ਵਿਹੰਗ ਉੱਡੇ ਤਹ ਸਭ ਹੀ ਦੇਖਤ ਭਇਓ ਖਾਨ ਅਸਮਾਨ। ਜਿੰਨੇ ਵੀ ਪੰਛੀ ਉਸ ਬਾਗ ਦੇ ਵਿੱਚ ਸਨ ਨਾ ਸਾਰੇ ਹੀ ਬਾਜ ਨੂੰ ਆਉਂਦੇ ਨੂੰ ਦੇਖ ਕੇ ਉੱਡ ਗਏ ਨੇ। ਇਹ ਦ੍ਰਿਸ਼ ਅਸਮਾਨ ਖਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ। ਬੈਠਿਓ ਬਾਜ ਸਫੈਦ ਕਿਸਮ ਕੋ ਪਕਰਨ ਕੇ ਹਿਤ ਜਤਨ ਸੋ ਠਾਨ। ਇਹ ਸਫੇਦ ਰੰਗ ਦਾ ਭਾਵ ਕਿ ਚਿੱਟੇ ਰੰਗ ਦਾ ਬਾਜ ਉਹਨੇ ਵੀ ਪਹਿਲੀ ਵਾਰ ਦੇਖਿਆ ਤੇ ਮਨ ਦੇ ਵਿੱਚ ਲਾਲਚ ਆ ਗਿਆ ਕਿ ਮੈਂ ਵੀ ਇਹਨੂੰ ਫੜ ਲਵਾਂ। ਫੜਨ ਦਾ ਯਤਨ ਵੀ ਕੀਤਾ ਹੈ। ਜਿਉਂ ਕਿਉਂ ਕਰਕੇ ਪਕੜ ਲੀਨ ਤਿਸ ਦਿਓ ਖੁਦਾਏ ਆਪ ਮੁਝ ਆਨ। ਤੇ ਕਵੀ ਜੀ ਕਹਿੰਦੇ ਨੇ ਜਿਵੇਂ ਕਿਵੇਂ ਉਹਨੇ ਉਦਮ ਕਰਕੇ ਨਾ ਤੇ ਉਹ ਬਾਜ ਨੂੰ ਫਿਰ ਫੜ ਲਿਆ ਤੇ ਕਹਿਣ ਲੱਗਾ ਇਹ ਇੰਨਾ ਸੋਹਣਾ ਜਿਹੜਾ ਬਾਜ ਆ ਚਿੱਟੇ ਰੰਗ ਦਾ, ਇਹ ਖੁਦਾ ਨੇ ਮੈਨੂੰ ਆਪ ਹੀ ਦਿੱਤਾ ਹੈ, ਆਪ ਹੀ ਮੇਰੇ ਕੋਲ ਆਇਆ ਹੈ ਚੱਲ ਕੇ। ਆਏ ਪਿਸ਼ਾਰੀ ਦੇਖੇ ਕੋਈ ਨਾ ਜਾਤੇ ਕੀਨਸ ਸ਼ੀਘਰ ਭਿਆਨ। ਇਸ ਪ੍ਰਕਾਰ ਫਿਰ ਜਦੋਂ ਪਿੱਛੇ ਆਇਆ ਕਿਸੇ ਨੂੰ ਵੀ ਨਾ ਵੇਖਿਆ ਨਾ, ਇਸ ਕਰਕੇ ਤੁਰੰਤ ਹੀ ਉੱਥੋਂ ਚਲਾ ਗਿਆ ਹੈ। ਨੀਕੇ ਦੇਹ ਛਪਾਏ ਕਰ ਗਮਨਿਓ ਬਿਨਾ ਪਿਖ ਘਰ ਪਰ ਵਿਸ਼ਿਓ ਜਾਏ। ਫਿਰ ਹੁਣ ਉਹਨੂੰ ਲੁਕਾਉਣ ਲੱਗਾ ਚੰਗੀ ਤਰ੍ਹਾਂ ਛੁਪਾ ਕੇ ਵੀ ਕੋਈ ਦੇਖ ਨਾ ਲਵੇ, ਤੇ ਹੌਲੀ ਹੌਲੀ ਆ ਕੇ ਆਪਦੇ ਘਰ ਅੰਦਰ ਦਾਖਲ ਹੋ ਗਿਆ। ਨਿਕਟ ਸਾਸ ਕੇ ਤਬ ਹੈ ਸੁਨਾਇਬ ਮੋ ਕਹੋ ਦੀਨਸ ਬਾਜ ਖੁਦਾਏ। ਫਿਰ ਆਪਣੀ ਸੱਸ ਨੂੰ ਜਿਹੜੀ ਇਹਨੂੰ ਬਹੁਤ ਪਿਆਰ ਕਰਦੀ ਸੀ ਨਾ ਕਹਿਣ ਲੱਗਾ ਦੇਖੋ ਮੈਨੂੰ ਇੱਕ ਖੁਦਾ ਨੇ ਬਾਜ ਦਿੱਤਾ ਹੈ ਅੱਜ, ਇਹ ਰੱਬ ਨੇ ਖੁਦਾ ਨੇ ਅੱਲਾ ਨੇ ਭੇਜਿਆ ਮੇਰੇ ਵਾਸਤੇ। ਬਿਨਾ ਜਤਨ ਤੇ ਬੈਠਿਓ ਪ੍ਰਾਪਤ ਵੱਡ ਕੀਮਤ ਕੋ ਸੇਤ ਸੁਹਾਏ। ਇਹਦਾ ਬਿਨਾ ਯਤਨ ਦੇ ਬੈਠਿਆਂ ਹੀ ਪ੍ਰਾਪਤ ਹੋ ਗਿਆ ਤੇ ਹੁਣ ਬੜਾ ਵਡਮੁੱਲਾ ਹੈ। ਇਹਦਾ ਚਿੱਟਾ ਰੰਗ ਬੜਾ ਸੋਭ ਰਿਹਾ ਹੈ। ਕਹਿਣ ਲੱਗੀ ਸੁਤ ਕਰੋ ਹੁਸ਼ ਪਾਵਨ ਜਿਸ ਤੇ ਬਖੇ ਨਾ ਕੋ ਚਗਰਾਏ। ਫਿਰ ਪੈਂਦੇ ਖਾਂ ਦੀ ਜਿਹੜੀ ਇਸਤਰੀ ਸੀ ਨਾ ਪਤਨੀ ਕਹਿਣ ਲੱਗੀ ਬਾਜ ਨੂੰ ਛੁਪਾ ਕੇ ਰੱਖ ਲਾ, ਲੁਕੋ ਕੇ ਰੱਖੀ ਬਾਜ ਨੂੰ, ਕਿਤੇ ਕੋਈ ਦੇਖ ਨਾ ਲਵੇ, ਕੋਈ ਝਗੜਾ ਨਾ ਖੜਾ ਕਰ ਦਵੇ ਆ ਕੇ। ਦੋਹਰਾ ਸੁਨਤ ਬਾਜ ਕੀ ਬਾਤ ਕੋ ਉਠ ਤਬ ਪੈਂਦੇ ਖਾਨ। ਪੈਂਦੇ ਖਾਂ ਜਿਹੜਾ ਮੰਜੇ ਤੇ ਲੇਟਿਆ ਹੋਇਆ ਸੀ ਨਾ ਉਹਦੇ ਕੰਨਾਂ ਦੇ ਵਿੱਚ ਹੌਲੀ ਹੌਲੀ ਉਹ ਗੱਲਾਂ ਕਰ ਰਹੀ ਸੀ ਉਹਦੀ ਪਤਨੀ ਦਾਮਾਦ ਨਾਲ। ਬਾਜ ਦੀ ਗੱਲ ਉਹਦੇ ਕੰਨਾਂ 'ਚ ਪਈ ਆ, ਇਹ ਸੁਣ ਕੇ ਫਿਰ ਉੱਠਿਆ ਹੈ। ਦੇਖਣ ਲੱਗਿਓ ਪਛਾਣ ਲਿਆ ਇਹੋ ਗੁਰ ਕੋ ਬਲਵਾਨ। ਤੇ ਉਹਨੇ ਵੇਖ ਕੇ ਬਾਜ ਨੂੰ ਪਛਾਣ ਲਿਆ ਕਿਉਂਕਿ ਉਹਦੀਆਂ ਅੱਖਾਂ ਦੇ ਸਾਹਮਣੇ ਇਹ ਜਿਹੜਾ ਬਾਜ ਸੀ ਗੁਰੂ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਸੀ, ਤਾਂ ਉਹਨੇ ਤਾਂ ਪਛਾਣ ਲੈਣਾ ਸੀ ਕਿਉਂਕਿ ਦੁਰਲਭ ਸੀ ਇਹ ਜਿਹੜੀ ਵਸਤੂ ਸੀ। ਪਹਿਲਾ ਬਾਜ ਸੀ ਜਿਹੜਾ ਕਦੇ ਕਿਸੇ ਨੇ ਤੱਕਿਆ ਨਹੀਂ ਸੀ। ਕਹਿਣ ਲੱਗਾ ਇਹ ਤਾਂ ਮੈਂ ਪਛਾਣ ਲਿਆ, ਇਹ ਤਾਂ ਗੁਰੂ ਮਹਾਰਾਜ ਜੀ ਦਾ ਬਾਜ ਹੈ। ਸੋਈਆ ਛੰਦ ਲੈ ਕਰ ਬਾਜ ਜਾਉ ਮੈਂ ਗੁਰ ਟਿਗ
ਸਭ ਅਪਰਾਧ क्षमा ਕਰਵਾਏ। ਪੈਂਦੇ ਖਾਂ ਕਹਿਣ ਲੱਗਾ, ਫਿਰ ਇਹ ਜਿਹੜਾ ਬਾਜ ਆ ਨਾ, ਹੁਣ ਮੈਂ ਗੁਰੂ ਜੀ ਦੇ ਪਾਸ ਲੈ ਕੇ ਜਾਊਂਗਾ, ਛੇਵੇਂ ਪਾਤਸ਼ਾਹ ਜੀ ਦੇ ਕੋਲ ਲੈ ਕੇ ਉਹਨਾਂ ਨੂੰ ਦਊਂਗਾ ਜਦੋਂ, ਤਾਂ ਮੈਂ ਸਾਰੀਆਂ ਗਲਤੀਆਂ ਮਾਫ ਕਰਵਾ ਲਵਾਂਗਾ। ਕੋਸ਼ਿਸ਼ ਪਹਿਰ ਅਰੂਢਨ ਹੈ ਪਰ ਕਰਿਓ ਹਕਾਰਨ ਗਇਓ ਨਾ ਕਾਏ। ਪੁਸ਼ਾਕ ਪਹਿਨ ਕੇ ਫਿਰ ਘੋੜੇ ਤੇ ਸਵਾਰ ਤਾਂ ਹੋ ਗਿਆ। ਕਹਿੰਦਾ ਗੁਰੂ ਜੀ ਨੇ ਮੈਨੂੰ ਬੁਲਾਇਆ ਸੀ ਨਾ, ਤੇ ਮੈਂ ਗਿਆ ਨਹੀਂ, ਇਸ ਕਰਕੇ ਹੁਣ ਮੈਂ ਬਾਜ ਗੁਰੂ ਨੂੰ ਦੇ ਕੇ ਨਾ ਤੇ ਆਪਣੀਆਂ ਸਾਰੀਆਂ ਭੁੱਲਾਂ ਮਨਵਾ ਲਈਆਂ ਹਨ। ਇਸ ਕੋ ਬਿਖ ਪ੍ਰਸੰਨਪਨ ਹੋਵੇ ਆਪਨੋ ਜਾਣੈ ਹਿਤ ਉਪਜਾਏ। ਇਸ ਨੂੰ ਵੇਖ ਕੇ ਗੁਰੂ ਜੀ ਮੇਰੇ ਤੇ ਬਹੁਤ ਪ੍ਰਸੰਨ ਹੋਣਗੇ, ਖੁਸ਼ ਹੋਣਗੇ ਤੇ ਪ੍ਰੇਮ ਕਰਕੇ ਮੈਨੂੰ ਆਪਣਾ ਜਾਣਨਗੇ। ਰੋਜੀ ਬਣੀ ਰਹਿ ਸੁਖ ਪਾਵਹਿ ਜਿਨ ਤੇ ਸਭ ਸਮਾਜ ਨਿਤ ਪਾਏ। ਜੇ ਰੋਜੀ ਬਣੀ ਰਹੇ ਤਾਂ ਸੁਖ ਪਾਵਾਂਗੇ, ਜਿਨ੍ਹਾਂ ਪਾਸੋਂ ਸਾਰਾ ਸਾਜੋ ਸਮਾਨ ਪਾਉਂਦੇ ਆ ਨਾ ਨਿਤ, ਗੁਰੂ ਮਹਾਰਾਜ ਨੂੰ ਬਾਜ ਮੈਂ ਹੁਣ ਵਾਪਸ ਦੇ ਦੇਣਾ ਹੈ। ਸੁਨਤ ਖਾਨ ਅਸਮਾਨ ਬਖਾਨੀ ਕਹਾਂ ਖਾਨ ਜੀ ਖੋਇਓ ਦੀਨ। ਇਹ ਸੁਣ ਕੇ ਫਿਰ ਉਹਦਾ ਦਾਮਾਦ ਬੋਲਿਆ, ਸਮਾਂ ਖਾਂ ਕਹਿਣ ਲੱਗਾ, ਜਿਹੜਾ ਬੜਾ ਹੰਕਾਰੀ ਆ, ਕਹਿੰਦਾ ਖਾਨ ਜੀ ਇਹ ਤੁਸੀਂ ਕੀ ਕਰ ਰਹੇ ਹੋ, ਆਪਣਾ ਦੀਨ ਵੀ ਹੁਣ ਤੁਸੀਂ ਗਵਾ ਲਿਆ ਹੈ। ਹਿੰਦੂ ਗੁਰ ਕੋ ਸੇਵਕ ਬਨ ਕੈ ਟੁਕਰਾ ਖਾਹੇ ਇਮਾਨ ਬਹੀਨ। ਇਵੇਂ ਸਿੱਖਾਂ ਦੇ ਗੁਰੂ ਦੇ ਸੇਵਕ ਹੋ ਗਏ ਹੋ ਤੁਸੀਂ, ਆਪਣਾ ਈਮਾਨ ਛੱਡਤਾ ਹੈ। ਤੁਸੀਂ ਮੁਸਲਮਾਨ ਹੋ, ਸਿੱਖ ਨੇ, ਇਸ ਕਰਕੇ ਤੁਸੀਂ ਈਮਾਨ ਛੱਡ ਕੇ ਰੋਟੀ ਦਾ ਟੁਕੜਾ ਖਾਂਦੇ ਹੋ। ਅਪਰ ਖਾਨ ਕਿਆ ਨਹੀਂ ਜੀਵ ਕਾ ਸਕਲ ਖਾਨ ਕਿਆ ਰੋਜੀਹੀਨ। ਕਹਿਣ ਲੱਗੇ ਇੰਨਾ ਡਰ ਆ ਤੁਹਾਡੇ ਅੰਦਰ ਕਿ ਬਾਜ ਦੇ ਕੇ ਵਾਪਸ ਕਹਿੰਦੇ ਹੋ ਮੈਨੂੰ ਰੋਟੀ ਮਿਲ ਜਾਵੇਗੀ, ਇੰਨਾ ਡਰ ਤੁਹਾਡੇ ਅੰਦਰ ਆ ਕਿ ਬਾਜ ਦੇ ਕੇ ਅਪਰ ਤੋ ਤਾਸ ਧਰ ਕਹਿਤ ਬਾਜ ਦੇਹੋ ਚਾਹੇ ਖਤਾ ਬਖਸ਼ਾਵਨ ਕੀਨ। ਇਹ ਬਾਜ ਦੇ ਕੇ ਕਹਿੰਦੇ ਹੋ ਮੈਂ ਗਲਤੀ ਬਖਸ਼ਾ ਲਵਾਂਗਾ, ਇਸ ਕਰਕੇ ਤੁਸੀਂ ਆਪਣਾ ਜਿਹੜਾ ਦੀਨ ਆ ਨਾ, ਧਰਮ ਆ, ਉਹ ਗਵਾ ਲਿਆ ਹੈ। ਇਉਂ ਜਾਪਦਾ ਹੈ ਮੈਨੂੰ। ਜੇ ਗੁਰ ਕੋ ਸੁਧ ਹੋਏ ਬਾਜ ਕੀ ਪਠੈ ਸੈਨ ਮੈਂ ਕਰਹੁ ਜੰਗ। ਕਹਿਣ ਲੱਗਾ ਜੇ ਗੁਰੂ ਨੂੰ ਬਾਜ ਦੀ ਖਬਰ ਹੈ ਨਾ, ਤੇ ਇੱਥੇ ਜੰਗ ਭੇਜੇ, ਇੱਥੇ ਫੌਜ ਭੇਜੇ ਤਾਂ ਮੈਂ ਵੀ ਅੱਗੇ ਹੋ ਕੇ ਜੰਗ ਕਰਾਂਗਾ। ਜੇ ਬਲ ਅਦਕ ਮੋਹਿ ਪਰ ਘਾਲਹਿ ਜਾਏ ਮਿਲੋ ਹਜ਼ਰਤ ਕੇ ਸੰਗ। ਜੇ ਗੁਰੂ ਮੈਨੂੰ ਕਹੇਗਾ ਚਿੱਟੇ ਰੰਗ ਦਾ ਬਾਜ ਮੋੜ ਦੇ, ਤਾਂ ਫਿਰ ਮੈਂ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਚਲਿਆ ਜਾਣਾ ਹੈ, ਉਹਨਾਂ ਨੂੰ ਜਾ ਕੇ ਦੱਸਾਂਗਾ, ਉਹਨਾਂ ਨਾਲ ਜਾ ਕੇ ਮਿਲ ਜਾਵਾਂਗਾ। ਪ੍ਰਥਮ ਚੁਰਾਇਓ ਬਾਦਸ਼ਾਹ ਕੋ ਇਸ ਤੇ ਭਲੋ ਸੇਤ ਤਨ ਰੰਗ। ਕਹਿਣ ਲੱਗੇ ਪਹਿਲਾਂ ਇਹਨਾਂ ਨੇ ਗੁਰੂ ਨੇ ਬਾਦਸ਼ਾਹ ਦਾ ਬਾਜ ਚੋਰੀ ਕੀਤਾ ਹੈ, ਇਸ ਨਾਲੋਂ ਚੰਗਾ ਇਹ ਸਫੇਦ ਰੰਗ ਦਾ ਬਾਜ ਹੈ। ਸੋ ਪਲਟੋਂ ਮੈਂ ਦਿਓ ਜਾਏ ਕਰ ਹੋਏ ਪਰਸਾਨ ਮੋਹ ਪਰ ਸਰਬੰਗ। ਜਦੋਂ ਮੈਂ ਬਦਲੇ ਦੇ ਵਿੱਚ ਜਾ ਕੇ ਬਾਦਸ਼ਾਹ ਨੂੰ ਇਹ ਚਿੱਟੇ ਰੰਗ ਦਾ ਬਾਜ ਦੇ ਦਾਂਗਾ ਨਾ, ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਵੇਗਾ ਫਿਰ, ਤੇ ਮੈਨੂੰ ਤਾਂ ਇਨਾਮ ਦੇਵੇਗਾ, ਮੇਰੇ ਤੇ ਬੜੀ ਖੁਸ਼ੀ ਹੋਵੇਗੀ ਉਸ ਦੀ। ਤਮ ਸਮ ਨਹੀਂ ਦੀਨਤਾ ਕਰਹਾਂ ਐਠਦਾਰ ਮੈਂ ਪੂਤ ਪਠਾਨ। ਫਿਰ ਕਹਿਣ ਲੱਗਾ ਖਾਨ ਜੀ ਮੈਂ ਤਾਂ ਇੱਕ ਪਠਾਨ ਦਾ ਪੁੱਤਰ ਹਾਂ, ਮੈਂ ਤੁਹਾਡੇ ਵਾਂਗ ਗੁਰੂ ਦੇ ਅੱਗੇ ਝੁਕ ਨਹੀਂ ਸਕਦਾ, ਤੁਹਾਡੇ ਵਾਂਗ ਦੀਨਤਾ ਨਹੀਂ ਧਾਰਨ ਕਰਾਂਗਾ। ਰਣ ਕਰ ਮਰਨ ਸਭੋਂ ਸਭ ਤਨ ਪਰ ਦੇਨੋ ਬਾਜਨ ਕਬਹੂ ਮਾਨ। ਇਵੇਂ ਲੜਾਈ ਕਰਕੇ ਫਿਰਨਾ, ਮੈਂ ਮਰਨਾ ਤਾਂ ਬਰਦਾਸ਼ਤ ਕਰੂੰਗਾ ਪਰ ਕਦੇ ਵੀ ਬਾਜ ਨਹੀਂ ਦੇਵਾਂਗਾ। ਭਾਵ ਕਿ ਇਹ ਸਫੇਦ ਰੰਗ ਦਾ ਬਾਜ ਜਿਹੜਾ ਹੁਣ ਮੈਂ ਵਾਪਸ ਨਹੀਂ ਕਰਨਾ ਗੁਰੂ ਨੂੰ। ਜੇ ਗੁਰੂ ਮੈਨੂੰ ਕਹੇਗਾ ਕਿ ਵਾਪਸ ਕਰ, ਤੇ ਮੈਂ ਜੰਗ ਕਰਾਂਗਾ ਜਾਂ ਬਾਦਸ਼ਾਹ ਦੇ ਨਾਲ ਜਾ ਕੇ ਰਲ ਜਾਵਾਂਗਾ। ਵਸਤ ਅਜਾਇਬ ਪਾਏ ਅਚਾਨਕ ਦਈ ਖੁਦਾਈ ਹਿਰਦੈ ਇਮ ਜਾਨ। ਇਹ ਜਿਹੜੀ ਵਸਤੂ ਆ ਨਾ, ਚਿੱਟੇ ਰੰਗ ਦਾ ਬਾਜ, ਇਹ ਖੁਦਾ ਨੇ ਮੈਨੂੰ ਦਿੱਤਾ ਹੈ। ਭਾਵ ਕਿ ਮੈਂ ਬਾਗ ਦੇ ਵਿੱਚ ਬੈਠਾ ਸੀ, ਉੱਥੇ ਉੱਡਦਾ ਉੱਡਦਾ ਆਇਆ ਤੇ ਮੈਂ ਇਹਨੂੰ ਫੜ ਲਿਆ ਹੈ। ਇਸ ਕਰਕੇ ਖੁਦਾ ਨੇ ਮੈਨੂੰ ਇਹ ਚੀਜ਼ ਆ ਨਾ, ਜਿਹੜੀ ਵਸਤੂ ਆ, ਜਾਣ ਕੇ ਦਿੱਤੀ ਹੈ, ਮੇਰੇ ਤੇ ਦਇਆ ਕਰਕੇ। ਕੌਣ ਮਰਦ ਅਸਗੀਤੀ ਕਾਰਜ ਕਰ ਹੈ
ਧਰੇ ਜੋ ਕੁਲ ਕੀ ਕਾਨ। ਇਸ ਕਰਕੇ ਕੌਣ ਆ ਜਿਹੜਾ ਐਸਾ ਕਾਇਰ ਹੋਵੇ ਤੇ ਐਸਾ ਕਾਰਜ ਕਰ ਸਕਦਾ ਹੈ, ਖੁਦਾ ਦੀ ਦਿੱਤੀ ਹੋਈ ਚੀਜ਼ ਨੂੰ ਮੋੜੇ ਡਰ ਕੇ, ਮੈਂ ਤਾਂ ਨਹੀਂ ਮੋੜਾਂਗਾ। ਸੁਨ ਪੈਂਦਾ ਬਹੁ ਦੁਖੀ ਹੋਏ ਮਨ, ਚਿੰਤਾ ਬਸ ਨਹਿ ਕਰਹਿ ਬਖਾਨ। ਇਹ ਸੁਣ ਕੇ ਪੈਂਦੇ ਖਾਂ ਦਾ ਆਪਣੇ ਦਾਮਾਦ ਤੇ ਕੋਈ ਵੱਸ ਨਹੀਂ ਸੀ ਚੱਲਦਾ, ਕਿਉਂਕਿ ਉਹਦੀ ਜਿਹੜੀ ਪਤਨੀ ਸੀ ਨਾ, ਉਹ ਵੀ ਦਾਮਾਦ ਦੇ ਵੱਲ ਦੀ ਹੋ ਗਈ। ਉਹਦੀ ਸੱਸ ਜਿਹੜੀ ਸੀ ਅਸਮਾਂ ਖਾਂ ਦੀ, ਉਹਦਾ ਪੱਖ ਲੈਂਦੀ ਸੀ। ਹੁਣ ਮਨ ਵਿੱਚ ਬੜਾ ਦੁਖੀ ਹੋਇਆ ਹੈ, ਚਿੰਤਾ ਦੇ ਅਧੀਨ ਹੋਇਆ, ਹੁਣ ਕੁਝ ਆਖਿਆ ਨਹੀਂ ਜਾਂਦਾ ਹੈ ਇਸ ਤੋਂ। ਬਸ ਨ ਬਸਾਏ ਮਹਾ ਪਛਤਾਵਹਿ, ਭਇਓ ਲਖਹਿ ਉਤਪਾਤ ਮਹਾਨ। ਇਵੇਂ ਹੁਣ ਕੁਝ ਵੱਸ ਵੀ ਨਹੀਂ ਸੀ ਚੱਲਦਾ ਇਹਦਾ, ਬਹੁਤ ਪਛਤਾਉਂਦਾ ਸੀ, ਸਮਝਦਾ ਸੀ ਕਿ ਇਹ ਤਾਂ ਵੱਡਾ ਵਿਖੇੜਾ ਪੈਦਾ ਹੋ ਗਿਆ, ਝਗੜਾ ਪੈਦਾ ਹੋ ਗਿਆ ਹੈ। ਮੀਰ ਸ਼ਿਕਾਰ ਇਤਨ ਮਹਿ ਪਹੁੰਚੇ, ਖੋਜਤ ਬਾਜ ਉਤਾਇਲ ਠਾਨ। ਇਤਨੇ ਦੇ ਵਿੱਚ ਜਿਹੜਾ ਮੀਰ ਸ਼ਿਕਾਰ ਸੀ ਨਾ, ਸ਼ਿਕਾਰੀ ਸੀ, ਬਾਬਾ ਗੁਰਦਿੱਤਾ ਜੀ ਦੇ ਸਾਥੀ, ਉਹ ਫਿਰ ਲੱਭਦੇ ਨਾ ਤੇ ਹੌਲੀ ਹੌਲੀ ਬੜੀ ਕਾਹਲੀ ਨਾਲ ਇਸ ਬਾਜ ਨੂੰ ਆਏ ਹਨ। ਜਦੋਂ ਬਾਗ ਵਿਖੇ ਫਿਰ ਸਭ ਦਿਸ ਪਿਖ ਕਰ, ਨਹਿ ਪ੍ਰਾਪਤ ਮਨ ਭਏ ਹੈਰਾਨ। ਤੇ ਬਾਗ ਦੇ ਵਿੱਚ ਚਾਰੇ ਪਾਸੇ ਦਿਸ਼ਾ ਨੂੰ ਦੇਖਿਆ ਕਿ ਇੱਧਰ ਆਇਆ ਹੋਵੇਗਾ, ਕਦੇ ਸੱਜੇ ਕਦੇ ਖੱਬੇ ਲੱਭਿਆ ਹੈ, ਪਰ ਬਾਜ ਨਹੀਂ ਜਦੋਂ ਲੱਭਿਆ, ਬੜੇ ਹੈਰਾਨ ਹੋ ਗਏ ਮਨ ਦੇ ਵਿੱਚ। ਪੁਨ ਬੈਂਦੇ ਕੇ ਗਏ ਸਦਨ ਦਰ, ਕਰ ਗੁਹਾਰ ਕੋ ਲੀਨ ਬੁਲਾਏ। ਫਿਰ ਪੈਂਦੇ ਖਾਂ ਦਾ ਘਰ ਉੱਥੋਂ ਲਾਗੇ ਹੀ ਸੀ, ਉੱਥੇ ਜਾ ਕੇ ਉਹਦੇ ਬੂਹੇ ਤੇ ਦਸਤਕ ਦਿੱਤੀ ਆ ਤੇ ਦਰਵਾਜ਼ੇ ਤੇ ਗਏ ਤੇ ਆਵਾਜ਼ ਮਾਰ ਕੇ ਬੁਲਾਇਆ ਹੈ ਉਸ ਨੂੰ। ਨਿਕਸਤ ਬਹਿਰ ਨਾਰ ਸਿਖਰਾਇਵ, ਦੇਖੋ ਕਿਸ ਹੋ ਨਾ ਦੇਹੋ ਸੁਨਾਏ। ਇਵੇਂ ਫਿਰ ਉਹਦੀ ਪਤਨੀ ਜਿਹੜੀ ਪੈਂਦੇ ਖਾਂ ਦੀ ਉਹਨੂੰ ਕਹਿੰਦੀ ਆ ਕਿ ਤੂੰ ਭੁੱਲ ਕੇ ਵੀ ਬਾਜ ਦਾ ਜ਼ਿਕਰ ਨਹੀਂ ਕਰਨਾ ਕਿਸੇ ਕੋਲੇ, ਕਿ ਇਹ ਗੁਰੂ ਦਾ ਜਿਹੜਾ ਸਫੇਦ ਰੰਗ ਦਾ ਬਾਜ ਆ ਆਪਣੇ ਘਰੇ ਆ। ਜੇ ਤੂੰ ਆਪਣੇ ਜਵਾਈ ਦੀ ਦਾਮਾਦ ਦੀ ਜ਼ਿੰਦਗੀ ਚਾਹੁੰਦਾ ਹੈ ਨਾ, ਤਾਂ ਭੁੱਲ ਕੇ ਵੀ ਕਿਸੇ ਨੂੰ ਨਹੀਂ ਦੱਸਣਾ ਹੈ। ਚਾਹੇ ਦਮਾਦ ਜੀਵਨ ਕੋ ਜੇ ਚਿਤ, ਮੁਕਰ ਜਾਹੋ ਕਹੋ ਤਹੁ ਨਾ ਆਏ। ਜੇ ਕੋਈ ਤੈਨੂੰ ਪੁੱਛੇ ਕਿ ਬਾਜ ਇੱਥੇ ਤਾਂ ਨਹੀਂ ਆਇਆ ਤੇ ਤੂੰ ਮੁੱਕਰ ਜਾਵੀਂ, ਕਿਉਂਕਿ ਜੇ ਤੂੰ ਦੱਸ ਦਿੱਤਾ ਤੇ ਜੇ ਆਪਣੇ ਦਾਮਾਦ ਨੇ ਕੁਝ ਕਰ ਲਿਆ ਫਿਰ ਕੀ ਆਪਾਂ ਕਰਾਂਗੇ। ਇਸ ਕਰਕੇ ਤੂੰ ਮੁੱਕਰ ਜਾਣਾ, ਕਦੇ ਵੀ ਨਹੀਂ ਦੱਸਣਾ ਹੈ ਬਾਜ ਦੇ ਬਾਰੇ ਵਿੱਚ। ਨਾਹਿਤ ਮਰਨ ਆਰੰਭ ਰਹਿਓ ਇਹੋ, ਸੁਨ ਲੀਨਸ ਤੁਮ ਜਿਤਕ ਅਲਾਏ। ਜੇ ਤੁਸੀਂ ਬਾਜ ਬਾਰੇ ਦੱਸੋਗੇ ਨਾ ਤਾਂ ਇਹ ਫਿਰ ਐਵੇਂ ਗੱਲ ਹੋ ਜਾਏਗੀ, ਇਹ ਆਪਣੇ ਆਪ ਨੂੰ ਖਤਮ ਕਰ ਲੇਗਾ, ਮਾਰ ਲੇਗਾ, ਫਿਰ ਆਪਣੀ ਧੀ ਆ ਜਿਹੜੀ ਉਹ ਕਿਹਦੇ ਸਹਾਰੇ ਰਹੇਗੀ। ਇਸ ਗੱਲ ਨੂੰ ਤੁਸੀਂ ਸਮਝਣਾ ਕਰੋ। ਮੀਰ ਸ਼ਿਕਾਰਨ ਸੋ ਮਿਲ ਬੋਲਿਓ, ਇਦ ਦਿਸ਼ ਤੋ ਹਮ ਲਖਿਓ ਨਾ ਕੋਏ। ਇਵੇਂ ਪੈਂਦੇ ਖਾਂ ਫਿਰ ਮੀਰ ਸ਼ਿਕਾਰੀ ਨੂੰ ਮਿਲ ਕੇ ਬੋਲਦਾ ਹੈ ਤੇ ਕਹਿੰਦਾ ਹੈ ਕਿ ਇਸ ਪਾਸੇ ਅਸੀਂ ਕੋਈ ਵੀ ਬਾਜ ਨਹੀਂ ਦੇਖਿਆ, ਇੱਕ ਵੀ ਬਾਜ ਇੱਥੇ ਉੱਡ ਕੇ ਜਾਂ ਲੰਘਦਾ ਅਸੀਂ ਨਹੀਂ ਤੱਕਿਆ ਹੈ। ਕਹਿ ਕਰ ਗ੍ਰਾਮ ਸੋ ਡੰਡਮ ਫੇਰਾ, ਗੁਰ ਕੋ ਬਾਜ ਵਿਖਿਓ ਕਿਤ ਹੋਏ। ਫਿਰ ਉਹਨਾਂ ਨੇ ਕਹਿ ਕੇ ਪਿੰਡ ਦੇ ਵਿੱਚ ਸਾਰੇ ਢੰਡੋਰਾ ਫੇਰ ਦਿੱਤਾ ਹੈ ਵੀ ਜੇ ਕਿਸੇ ਨੇ ਗੁਰੂ ਦਾ ਚਿੱਟੇ ਰੰਗ ਦਾ ਇੱਕ ਬਾਜ ਹੈ ਉਹ ਦੇਖਿਆ ਹੋਵੇ ਤਾਂ ਦੱਸੇ। ਇਸ ਪ੍ਰਕਾਰ ਬਹੁਤ ਢੰਡੋਰਾ ਫੇਰ ਕੇ ਸ਼ਬਦ ਕਹਿ ਦਿੱਤੇ ਹਨ ਸਭ ਨੂੰ ਹੀ। ਪੈਂਦ ਖਾਨ ਅਬ ਤਾਹੇ ਮੰਗਾਵਤ, ਨਹੀਂ ਦੁਰਾਵਨ ਕੀ ਜਹ ਸੋਏ। ਜੇਕਰ ਕਿਸੇ ਨੂੰ ਪਤਾ ਹੈ ਤਾਂ ਪੈਂਦੇ ਖਾਂ ਨੂੰ ਆ ਕੇ ਦੱਸੇ, ਕੋਈ ਲੁਕਾਵੇ ਨਹੀਂ ਉਸ ਬਾਜ ਨੂੰ, ਕਿਸੇ ਨੇ ਛੁਪਾਉਣਾ ਨਹੀਂ, ਲੁਕਾਉਣਾ ਨਹੀਂ, ਉਹ ਗੁਰੂ ਕਾ ਬਾਜ ਹੈ। ਹਿਮ ਕਹਿ ਕਰ ਘਰ ਘਰ ਨਰ ਵਿਚਰੇ, ਕੌਣ ਕਹੈ ਤੂੰ ਨਿਜ ਘਰ ਜੋਏ। ਸਭ ਨੂੰ ਤਾਂ ਕਹਿ ਰਹੇ ਸੀਗੇ, ਪਰ ਕੌਣ ਜਾਣਦਾ ਸੀ ਅਸਲ ਸਚਾਈ ਕਿ ਜਿਹਨੂੰ ਲੱਭ ਰਹੇ ਜਿਸ ਬਾਜ ਨੂੰ ਤਾਂ ਪੈਂਦੇ ਖਾਂ ਦੇ ਘਰ ਵਿੱਚ ਹੀ ਆ, ਉਹਦੇ ਦਾਮਾਦ ਨੇ ਲੁਕੋ ਕੇ ਰੱਖਿਆ ਹੋਇਆ ਹੈ। ਇਸ ਪ੍ਰਕਾਰ ਇਹ ਗੱਲ ਨੂੰ ਕੌਣ ਜਾਣਦਾ ਸੀ। ਦੋਏ ਘਰੀ ਲਗ ਕਰ ਖੁਜਵਾਵਨ, ਆਏ ਤਬਹਿ ਖਾਨ ਅਸਮਾਨ। 2 ਘੜੀਆਂ ਤੱਕ ਫਿਰ ਸਾਰਿਆਂ ਨੇ ਬਾਜ ਦੀ ਜਿਹੜੀ ਭਾਲ ਕੀਤੀ ਆ। ਅਸਮਾਨ ਖਾਂ ਵੀ ਨਾਲ ਚਲਿਆ ਗਿਆ ਜਾਣ ਕੇ, ਪੈਂਦੇ ਖਾਂ ਵੀ ਸਾਰਿਆਂ ਨੇ ਬਾਜ ਨੂੰ ਲੱਭਿਆ ਹੈ। ਜਦੋਂ ਖੋਜਿਓ ਸਭ ਥਲ ਬਾਜ ਨਾ ਪਾਇਓ, ਕਰਹੋ ਨਿਹਾਰਨ ਆਨ ਜੇ ਥਾਨ। ਸਾਰੇ ਪਾਸੇ ਲੱਭਿਆ ਹੈ
ਪਰ ਬਾਜ ਕਿਤੇ ਵੀ ਨਹੀਂ ਮਿਲਿਆ। ਮਿਲਦਾ ਕਿਵੇਂ? ਕਿਉਂਕਿ ਉਹ ਤਾਂ ਲੁਕੋ ਕੇ ਰੱਖਿਆ ਹੋਇਆ ਸੀ ਨਾ। ਇਸ ਕਰਕੇ ਫਿਰ ਜਾਣ ਬੁੱਝ ਕੇ ਕਹਿੰਦੇ ਨੇ ਕਿਤੇ ਹੋਰ ਜਾ ਕੇ ਲੱਭੋ। ਪੈਂਦੇ ਖਾਂ ਵੀ ਕਹਿੰਦਾ ਹੈ ਹੋਰ ਜਾ ਕੇ ਲੱਭ ਲੈਨੇ ਆ। ਅਸਮਾਨ ਖਾਂ ਵੀ ਕਹਿੰਦਾ ਹੈ ਕਿਤੇ ਹੋਰ ਜਾ ਕੇ ਲੱਭ ਲੈਨੇ, ਇੱਥੇ ਨਹੀਂ ਮਿਲੇਗਾ। ਨਿਮਕ ਹਰਾਮ ਹੋਏ ਕਰ ਮਰਨੋ, ਪ੍ਰੇਰੈ ਕਾਲ ਸੋ ਕਰਤ ਬਖਾਨ। ਇਸ ਪ੍ਰਕਾਰ ਨਮਕ ਹਰਾਮੀ ਉਹਨਾਂ ਨੇ ਕਰ ਦਿੱਤੀ ਹੈ। ਕਵੀ ਜੀ ਕਹਿੰਦੇ ਨੇ ਜਿਸ ਘਰ ਦਾ ਖਾਂਦੇ ਸਨ ਉਸ ਘਰ ਨੂੰ ਹੀ ਉਹਨਾਂ ਨੇ ਫਿਰ ਜਿਹੜੀ ਆ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਮੌਤ ਦੇ ਪ੍ਰੇਰੇ ਪਾਸੋਂ ਕਾਲ ਇਹ ਸਭ ਕੁਝ ਕਰਵਾ ਰਿਹਾ ਸੀ। ਇਹਨਾਂ ਦੀ ਜਿਹੜੀ ਮੌਤ ਆ ਨਾ ਉਹ ਇਹਨਾਂ ਤੋਂ ਝੂਠ ਬੁਲਵਾ ਰਹੀ ਸੀ। ਹੁਣ ਮੀਰ ਸ਼ਿਕਾਰ ਸੁਨਤ ਬਿਸਮਾਨੇ, ਭਇਓ ਗ੍ਰਾਮ ਮੈਂ ਕਪਟ ਮਹਾਨ। ਜਿਹੜਾ ਸ਼ਿਕਾਰੀ ਸੀ ਨਾ, ਜਿਹੜਾ ਬਾਬਾ ਗੁਰਦਿੱਤਾ ਜੀ ਦੇ ਨਾਲ ਆਇਆ ਸੀ, ਉਹ ਕਹਿਣ ਲੱਗਾ ਬਾਜ ਇੱਥੇ ਹੀ ਆ, ਇਸ ਪਿੰਡ ਵਿੱਚ ਹੀ ਆ, ਕਿਉਂਕਿ ਮੈਂ ਜਾਣਦਾ ਹਾਂ ਬਾਜ ਇਦੋਂ ਅੱਗੇ ਨਹੀਂ ਜਾ ਸਕਦਾ। ਇਸ ਪਿੰਡ ਵਿੱਚ ਹੀ ਆ, ਕਿਸੇ ਨੇ ਲੁਕੋਲਿਆ ਹੈ, ਮਹਾਨ ਕਪਟ ਹੋਇਆ ਹੈ। ਦੋਹਰਾ ਕਹਿਤ ਬਿਲੋਕਤ ਹਮ ਰਹੇ, ਆਏ ਬਾਜ ਇਸ ਥਾਨ। ਫਿਰ ਉਹ ਕਹਿਣ ਲੱਗਾ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ ਕਿ ਬਾਜ ਇਸੇ ਥਾਂ ਤੇ ਹੀ ਆਇਆ ਹੈ, ਹੋਰ ਕਿਤੇ ਵੀ ਨਹੀਂ ਜਾ ਸਕਦਾ ਹੈ। ਨੀਕੇ ਖੋਜੋ ਲਿਆਈਏ, ਸ੍ਰੀ ਗੁਰ ਬਾਜ ਮਹਾਨ। ਕਹਿਣ ਲੱਗੇ ਫਿਰ ਚੰਗੀ ਤਰ੍ਹਾਂ ਇਸ ਬਾਜ ਨੂੰ ਨਾ ਲੱਭ ਕੇ ਲੈ ਕੇ ਆਵੋ, ਕਿਉਂਕਿ ਗੁਰੂ ਜੀ ਦਾ ਬਾਜ ਆ ਇਹ। ਗੁਰੂ ਮਹਾਰਾਜ ਨੂੰ ਇਹ ਬਾਜ ਬਦਖਸ਼ਾਂ ਤੋਂ ਆਇਆ ਸੀ। ਸਿੱਖ ਸੌਦਾਗਰ ਸੀ, ਉਹਨੇ ਲਿਆ ਕੇ ਪ੍ਰੇਮ ਭੇਟਾ ਦਿੱਤੀ ਸੀ। ਜੇ ਪ੍ਰੇਮ ਭੇਟਾ ਇਹ ਗਵਾਚ ਗਈ ਤਾਂ ਅਸੀਂ ਗੁਰੂ ਨੂੰ ਕੀ ਕਹਾਂਗੇ। ਇਸ ਕਰਕੇ ਬਾਜ ਨੂੰ ਲੱਭਣਾ ਬੜਾ ਜ਼ਰੂਰੀ ਹੈ। ਹਿਮ ਕਹਿ ਕਰ ਗਮਨੇ ਤੁਰਤ, ਮੀਰ ਸ਼ਿਕਾਰ ਹੈਰਾਨ। ਇਹ ਕਹਿ ਕੇ ਫਿਰ ਮੀਰ ਸ਼ਿਕਾਰ ਜਿਹੜਾ ਸੀ ਨਾ ਤੇ ਬੜਾ ਹੈਰਾਨ ਹੋ ਕੇ ਉੱਥੋਂ ਚਲਾ ਗਿਆ ਤੇ ਜਾ ਕੇ ਫਿਰ ਕਹਿਣ ਲੱਗਾ ਹੈ, ਸ੍ਰੀ ਗੁਰ ਦਿੱਤੇ ਦਿਸ਼ ਗਏ, ਕਹਿਨ ਬਾਜ ਘਰ ਖਾਨ। ਫਿਰ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗਾ ਨਾ ਕਿ ਮੈਨੂੰ ਇਉਂ ਲੱਗਦਾ ਹੈ ਬਾਜ ਨਾ ਪੱਕਾ ਹੀ ਪੈਂਦੇ ਖਾਂ ਦੇ ਘਰ ਵਿੱਚ ਆ, ਉਹਨਾਂ ਨੇ ਇਹਨੂੰ ਲੁਕੋਇਆ ਹੋਇਆ ਹੈ। ਦੋਹਰਾ ਧਾਏ ਮੀਰ ਸ਼ਿਕਾਰ ਤਬ, ਸ੍ਰੀ ਗੁਰ ਦਿੱਤੇ ਪਾਸ। ਇਸ ਪ੍ਰਕਾਰ ਫਿਰ ਮੀਰ ਸ਼ਿਕਾਰ ਫਿਰ ਬੜੀ ਜਲਦੀ ਹੀ ਨਾ ਬਾਬਾ ਗੁਰਦਿੱਤਾ ਜੀ ਦੇ ਪਾਸ ਜਾ ਕੇ, ਕਿਉਂਕਿ ਉਹ ਇਸ ਗੱਲ ਦਾ ਉਸ ਨੂੰ ਤਜਰਬਾ ਸੀ ਕਿ ਬਾਜ ਇੱਥੋਂ ਉੱਡ ਕੇ ਇੱਧਰ ਆਇਆ ਹੋਇਆ ਹੋਵੇ, ਕਿਉਂਕਿ ਉਹ ਇੱਕ ਸ਼ਿਕਾਰੀ ਸੀ, ਜਾਣਦਾ ਸੀ ਕਿ ਪੰਛੀਆਂ ਦੇ ਸੁਭਾਅ ਕਿੱਦਾਂ ਦੇ ਹੁੰਦੇ ਨੇ। ਫਿਰ ਜਾ ਕੇ ਸਾਰੀ ਸੱਚਾਈ ਦੱਸ ਦਿੱਤੀ ਹੈ। ਖਾਨਨ ਸਦਨ ਦੁਰਾਏ ਲਿਏ, ਬਾਜ ਬਿਸਦ ਬਿਨ ਤਰਾਸ। ਫਿਰ ਕਹਿਣ ਲੱਗਾ ਪੈਂਦੇ ਖਾਂ ਨੇ ਨਾ ਕਿਸੇ ਪ੍ਰਕਾਰ ਦਾ ਡਰ ਜਾਣ ਕੇ ਬਾਜ ਨੂੰ ਲੁਕੋਲਿਆ ਹੈ, ਜਾਣ ਬੁੱਝ ਕੇ ਇਦਾਂ ਕਰ ਰਿਹਾ, ਝੂਠ ਬੋਲ ਰਿਹਾ ਹੈ ਸਾਨੂੰ। ਸੋਈਆ ਛੰਦ ਫੇਰਿਓ ਡੰਡਮ ਬਿਦਤ ਜਨਾਵਹੇ, ਬਾਜ ਭਲੋ ਪਿਖ ਲਾਲਚ ਕੀਨ। ਇਹ ਢੰਡੋਰਾ ਫੇਰ ਕੇ ਅਸੀਂ ਜਾਣ ਲਿਆ ਹੈ ਕਿ ਵਧੀਆ ਬਾਜ ਵੇਖ ਕੇ ਚਿੱਟੇ ਰੰਗ ਦਾ ਨਾ ਤੇ ਲਾਲਚ ਆ ਗਿਆ ਹੁਣ ਉਹਦੇ ਮਨ ਵਿੱਚ, ਤਾਂ ਹੀ ਉਹਨੇ ਉਹਨੂੰ ਲੁਕੋ ਲਿਆ ਹੈ। ਨਹੀਂ ਗਰਾਮ ਤੇ ਬਹਿਰ ਉੱਡਿਓ ਕਿਤ, ਰਹੇ ਬਿਲੋਕਤ ਹਮ ਦ੍ਰਿਗ ਦੀਨ। ਤੇ ਬਾਜ ਪਿੰਡ ਤੋਂ ਬਾਹਰ ਕਿਤੇ ਵੀ ਨਹੀਂ ਗਿਆ। ਬਾਬਾ ਗੁਰਦਿੱਤਾ ਜੀ ਨੂੰ ਕਹਿ ਰਿਹਾ ਸ਼ਿਕਾਰੀ ਕਿ ਕਹਿੰਦਾ ਮੈਂ ਅੱਖਾਂ ਧਿਆਨ ਦੇ ਨਾਲ ਉਹਦੇ ਤੇ ਟਿਕਾਈਆਂ ਸੀ, ਅਸੀਂ ਬਹੁਤ ਨੀਝਾਂ ਲਾ ਲਾ ਕੇ ਤੱਕਿਆ, ਉਹ ਉੱਡ ਕੇ ਪਿੰਡੋਂ ਬਾਹਰ ਜਾ ਹੀ ਨਹੀਂ ਸਕਦਾ, ਇੱਥੇ ਹੀ ਹੈ ਪਿੰਡ ਦੇ ਵਿੱਚ ਹੀ। ਕਪਟ ਕਰਤ ਮਨ ਰਾਖਨ ਕੇ ਹਿਤ, ਤਿਨ ਕੀ ਗਤ ਨੀਕੇ ਲਖ ਲੀਨ। ਇਸ ਪ੍ਰਕਾਰ ਉਹਦੇ ਮਨ ਵਿੱਚ ਬੜਾ ਕਪਟ ਭਰਿਆ ਹੋਇਆ ਹੈ। ਚੰਗੀ ਨਸਲ ਦਾ ਬਾਜ ਹੈ ਨਾ, ਤੇ ਉਹ ਜਾਣ ਕੇ ਫਿਰ ਘਰ ਦੇ ਵਿੱਚ ਰੱਖਣ ਦੀ ਜਿਹੜੀ ਨੀਤ ਆ ਉਹ ਜਾਗ ਗਈ ਹੈ, ਇਉਂ ਲੱਗਦਾ ਹੈ। ਗੁਰ ਸੁਤ ਸੁਨਤ ਵਿਚਾਰਨ ਕਰਕੇ, ਚੱਲੇ ਪਿਤਾ ਕੇ ਨਿਕਟ ਪਰਬੀਨ। ਗੁਰੂ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਜਦੋਂ ਇਹ ਪਤਾ ਲੱਗਾ ਕਿ ਬਾਜ ਪੈਂਦੇ ਖਾਂ ਨੇ ਚੋਰੀ ਕਰਕੇ ਘਰ ਵਿੱਚ ਲੁਕੋਇਆ ਹੈ, ਤਾਂ ਉਹਨਾਂ ਨੇ ਫਿਰ ਆਪਣੇ ਪਿਤਾ ਜੀ ਨੂੰ ਦੱਸਣਾ ਚਾਹਿਆ। ਪਿਤਾ ਜੀ ਵੱਲੋਂ ਨਾ ਕੀਤਾ ਹੈ। ਬਦਨ ਖਿਨ ਕੁਛ ਚਿੰਤਾ ਕੇ ਬਸ, ਗਏ ਉਤਾਇਲ ਸਤਿਗੁਰ ਤੀਰ। ਫਿਰ ਚਿਹਰਾ ਚਿੰਤਾ ਦੇ ਵਸ ਹੋ ਕੇ ਮੁਰਝਾ ਗਿਆ ਸੀ, ਬੜੀ ਛੇਤੀ ਹੀ ਚੱਲ ਕੇ ਗੁਰੂ ਜੀ ਦੇ ਪਾਸ ਆਏ ਹਨ। ਕਰ ਬੰਧਨ ਬੈਠੇ ਅਵਲੋਕੇ,
ਬੂਝਤ ਭਏ ਪੁੱਤਰ ਕੋ ਧੀਰ। ਫਿਰ ਬੰਦਨਾ ਕਰਕੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਮੀਰੀ ਅਤੇ ਪੀਰੀ ਦੇ ਮਾਲਕ ਜੀ ਪਾਸ ਸੱਜ ਗਏ ਨੇ ਆ ਕੇ। ਤਾਂ ਫਿਰ ਧੀਰਜਵਾਨ ਗੁਰੂ ਮਹਾਰਾਜ ਨੇ ਚਿਹਰੇ ਦੇਖ ਕੇ ਪੁੱਛਿਆ ਹੈ ਕਿ ਕੀ ਗੱਲ ਹੋ ਗਈ ਹੈ। ਗਏ ਅਖੀਰ ਬਾਜ ਕਸ ਦੇਖਿਓ, ਖਗ ਪਰ ਝੂਠ ਕਰੀ ਕਿਮ ਵੀਰ। ਕਹਿੰਦੇ ਤੁਸੀਂ ਇਸ ਬਾਜ ਨੂੰ ਲੈ ਕੇ ਸ਼ਿਕਾਰ ਖੇਡਣ ਗਏ ਸੀ, ਜੋ ਨਵਾਂ ਬਾਜ ਸੀ, ਕਿਸ ਤਰ੍ਹਾਂ ਦਾ ਬਾਜ ਹੈ, ਕਿਵੇਂ ਸੂਰਬੀਰ ਬਾਜ ਪੰਛੀਆਂ ਨੂੰ ਸੱਟ ਮਾਰ ਕੇ ਫੜਦਾ ਹੈ, ਮੈਨੂੰ ਦੱਸੋ ਜੀ ਹੁਣ। ਝਪਟਤ ਵਿਹੰਗ ਕੇ ਨਹਿ ਉੱਡ ਕਰਕੇ, ਜਾਏ ਕੇ ਨਹੀਂ ਦੂਰ ਤੇ ਨੀਰ। ਉੱਡ ਕੇ ਉਹ ਪੰਛੀਆਂ ਨੂੰ ਝਪਟਾ ਮਾਰ ਕੇ ਫੜਦਾ ਹੈ ਕਿ ਨਹੀਂ, ਕਿ ਦੂਰ ਜਾਂਦਾ ਹੈ, ਕਿਤਨੀ ਦੂਰ ਜਾਂਦਾ ਹੈ, ਕਿ ਨੇੜੇ ਨੇੜੇ ਹੀ ਉੱਡਦਾ ਹੈ। ਇਹ ਗੁਰੂ ਮਹਾਰਾਜ ਫਿਰ ਬਾਜ ਬਾਰੇ ਪੁੱਛ ਰਹੇ ਹਨ। ਗੁਰ ਸੁਤ ਸਕਲ ਪ੍ਰਸੰਗ ਸੁਨਾਇਓ, ਗਏ ਵਹਿਰ ਪਿਖ ਬ੍ਰਿੰਦ ਬਿਹੰਗ। ਫਿਰ ਬਾਬਾ ਗੁਰਦਿੱਤਾ ਜੀ ਨੇ ਸਾਰਾ ਪ੍ਰਸੰਗ ਸੁਣਾਇਆ, ਜਿਵੇਂ ਜਿਵੇਂ ਉਹਨਾਂ ਦੇ ਨਾਲ ਹੋਈ ਸੀ ਨਾ। ਕਹਿੰਦੇ ਗੁਰੂ ਜੀ, ਪਿਤਾ ਜੀ, ਅਸੀਂ ਬਾਹਰ ਜੰਗਲ ਦੇ ਵਿੱਚ ਜਦੋਂ ਗਏ ਨਾ, ਇਸ ਬਾਜ ਨੂੰ ਲੈ ਕੇ ਬੜੇ ਪੰਛੀ ਦੇਖੇ ਹਨ। ਜਿਸ ਪਰ ਮੀਰ ਸ਼ਿਕਾਰ ਨ ਛੋਰਿਓ, ਤਿਸ ਕੋ ਤਤ ਸਿਨ ਬਲ ਕੇ ਸੰਗ। ਜਿਹਦੇ ਪਰ ਮੀਰ ਸ਼ਿਕਾਰ ਨੂੰ ਛੱਡਿਆ ਹੈ ਨਾ, ਉਸ ਪਰ ਤੁਰੰਤ ਤਾਕਤ ਨਾਲ ਇਸ ਬਾਜ ਨੇ ਉਸ ਨੂੰ ਦਬੋਚ ਲਿਆ, ਜਾਣ ਨਹੀਂ ਦਿੱਤਾ ਹੈ। ਦਿਓ ਦਬਾਏ ਜਾਨ ਨਹਿ ਦੀਨਸ, ਹੁਕਸ ਨ ਪਾਇਓ ਕੋ ਖਗ ਅੰਗ। ਤੇ ਪੰਛੀ ਨੂੰ ਇਸ ਪ੍ਰਕਾਰ ਇਹ ਦਬੋਚਦਾ ਹੈ ਬਾਜ, ਉਹਨਾਂ ਦਾ ਕੋਈ ਅੰਗ ਵੀ ਨਹੀਂ ਹਿਲਦਾ, ਇਤਨੀ ਇਹਦੀ ਪਕੜ ਮਜ਼ਬੂਤ ਜਾਣੋ ਜੀ। ਤਾਮੋ ਖਾਤ ਰਹਿਓ ਤਬ ਤ੍ਰਿਪਤਾਇਓ, ਹਟੇ ਹੀਰ ਕਰ ਤਿਸ ਕੋ ਢੰਗ। ਫਿਰ ਇਹ ਪੰਛੀਆਂ ਨੂੰ ਜਦੋਂ ਇਸ ਨੇ ਖਾਧਾ ਹੈ ਤਾਂ ਬੜਾ ਰੱਜ ਗਿਆ। ਫਿਰ ਉਸ ਤੋਂ ਬਾਅਦ ਅਸੀਂ ਉਸ ਦੇ ਸ਼ਿਕਾਰ ਦੇ ਢੰਗ ਨੂੰ ਵੇਖ ਕੇ ਵਾਪਸ ਆ ਰਹੇ ਸਾਂ। ਜਦੋਂ ਛੋਟੇ ਮੀਰ ਨਿਕਟ ਜਬ ਆਏ, ਇੱਕ ਮੁਕਾਬ ਨਿਕਸਿਓ ਦ੍ਰਿਸ਼ਤਾਏ। ਜਦੋਂ ਛੋਟਾ ਮੀਰ ਪਿੰਡ ਆਇਆ ਹੈ ਨਾ, ਉਹਦੇ ਲਾਗੇ ਅਸੀਂ ਪਾਣੀ ਪੀਣ ਲਈ ਰੁਕੇ ਸਾਂ। ਉੱਥੇ ਇੱਕ ਪੰਛੀ ਜਿਹੜਾ ਚਕਵਾ ਸੁਰਖਾਬ ਨੂੰ ਜਦੋਂ ਨਜ਼ਰ ਆਇਆ ਹੈ। ਇਸ ਪਰ ਬਾਜ ਛੋਰ ਕਰ ਦੀਨਸ, ਕਰੀ ਨਾ ਚੋਟ ਰਹਿਓ ਤ੍ਰਿਪਤਾਏ। ਪਰ ਉਹ ਛੱਡੇ ਹੋਏ ਬਾਜ ਨੇ ਨਾ ਉਸ ਪੰਛੀ ਨੂੰ ਮਾਰਿਆ ਨਹੀਂ, ਫੜਿਆ ਵੀ ਨਹੀਂ, ਕਿਉਂਕਿ ਉਹ ਰੱਜਿਆ ਹੋਇਆ ਸੀ ਤੇ ਕਿਤੇ ਹੋਰ ਜਾ ਕੇ ਹੀ ਬੈਠ ਗਿਆ ਹੈ। ਉੱਡ ਕਰ ਗ੍ਰਾਮ ਮਝਾਰ ਪਰਵੇਸ਼ਿਓ, ਮੀਰ ਸ਼ਿਕਾਰ ਗਏ ਤਬ ਧਾਏ। ਤੇ ਬਾਜ ਉੱਡ ਕੇ ਨਾ ਤੇ ਪਿੰਡ ਵਿੱਚ ਚਲਾ ਗਿਆ। ਫਿਰ ਉੱਥੇ ਮੀਰ ਸ਼ਿਕਾਰ ਪਿੱਛੇ ਪਿੱਛੇ ਉਹਦੇ ਦੌੜਦਾ ਉਹਨੂੰ ਲੱਭਦਾ ਗਿਆ। ਜਦੋਂ ਸਦਨ ਛਪਾਇਓ ਕਿਸ ਪਠਾਨ ਪਿਖ, ਖੋਜ ਰਹੇ ਤਹ ਹਾਥ ਨ ਆਏ। ਅਸੀਂ ਬਾਜ ਨੂੰ ਬਹੁਤ ਲੱਭਿਆ, ਪਰ ਗੁਰੂ ਮਹਾਰਾਜ ਇਉਂ ਜਾਪਦਾ ਉੱਥੇ ਰਹਿਣ ਵਾਲੇ ਕਿਸੇ ਪਠਾਨ ਨੇ ਇਹਨਾਂ ਨੂੰ ਘਰ ਵਿੱਚ ਲੁਕੋ ਲਿਆ ਹੈ। ਕਿ ਇਹੋ ਜਿਹਾ ਬਾਜ ਜਿਹੜਾ ਹੁੰਦਾ ਉਹ ਕਿਸੇ ਵੱਡੇ ਭਾਗਾਂ ਦੇ ਨਾਲ ਹੱਥ ਵਿੱਚ ਆਵੇਗਾ ਨਾ। ਚੰਗੀ ਨਸਲ ਵੇਖ ਕੇ ਕਿਸੇ ਪਠਾਨ ਨੇ ਘਰ ਵਿੱਚ ਲੁਕੋਇਆ ਹੋਇਆ ਹੈ। ਜਿਮ ਮਨ ਭਾਏ ਕਰੋ ਪ੍ਰਭ ਜੀ, ਅਬ ਬਿਨ ਪੈਂਦੇ ਘਰ ਅਪਰ ਨ ਸੋਏ। ਹੇ ਪ੍ਰਭੂ ਜੀ, ਤੇ ਉਹ ਜਿਹੜਾ ਪਠਾਨ ਆ ਨਾ, ਉਹ ਮੈਨੂੰ ਇਉਂ ਜਾਪਦਾ ਹੈ, ਅਸੀਂ ਤਜਰਬੇ ਦੇ ਵਿੱਚੋਂ ਕਹਿੰਦੇ ਆ ਕਿ ਪੈਂਦੇ ਖਾਂ ਦੇ ਘਰ ਵਿੱਚ ਹੀ ਲੁਕੋਇਆ ਹੋਇਆ ਹੈ। ਹੁਣ ਜਿਵੇਂ ਤੁਹਾਡੇ ਮਨ ਨੂੰ ਲੱਗੇ ਉਵੇਂ ਆਪ ਜੀ ਕਰ ਸਕਦੇ ਹੋ। ਅੰਤਰਜਾਮੀ ਘਟ ਘਟ ਸੁਆਮੀ, ਹਾਮੀ ਕਰੀ ਲਈ ਸਭ ਜੋਏ। ਗੁਰੂ ਮਹਾਰਾਜ ਜਿਹੜੇ ਘਟ ਘਟ ਦੀ ਜਾਣਦੇ ਨੇ, ਉਹ ਇਹ ਵੀ ਜਾਣਦੇ ਸਨ ਕਿ ਕੀ ਹੋਇਆ ਤੇ ਕੀ ਕਿਉਂ ਲੁਕੋਇਆ ਹੈ। ਸਭ ਕੁਝ ਜਾਣਦੇ ਹੋਏ ਫਿਰ ਹੱਸ ਪਏ, ਮੁਸਕਰਾ ਕੇ ਮਹਾਰਾਜ ਕਹਿਣ ਲੱਗੇ ਹਨ। ਹੋਨਹਾਰ ਕੋ ਲੱਖ ਮੁਸਕਾਏ, ਤੁਰਕ ਇਮਾਨ ਬਹੀਨ ਸੋ ਹੋਏ। ਗੁਰੂ ਮਹਾਰਾਜ ਜਾਣ ਗਏ ਕਿ ਕਿਹੜਾ ਕਪਟ ਪੈਂਦੇ ਖਾਂ ਨੇ ਕੀਤਾ, ਉਹਦੇ ਦਾਮਾਦ ਸਮਾਂ ਖਾਂ ਨੇ ਕੀਤਾ ਹੈ। ਤਾਂ ਸਤਿਗੁਰੂ ਜੀ ਫਿਰ ਕਹਿਣ ਲੱਗੇ, ਇਹ ਤੁਰਕ ਜਿਹੜੇ ਨੇ ਨਾ, ਇਹ ਈਮਾਨ ਤੋਂ ਰਹਿਤ ਹੋ ਗਏ ਨੇ। ਤੇ ਕਹਿ ਕੇ ਚੁੱਪ ਹੋ ਗਏ ਮਹਾਰਾਜ ਜੀ। ਦੂਸ਼ਣ ਕਰੀ ਖਿਮਾ ਔਰ ਧਾਰੀ, ਮਹਾ ਗੰਭੀਰ ਧੀਰ ਮਨ ਭੋਏ। ਹਿਰਦੇ ਦੇ ਵਿੱਚ ਖਿਮਾ ਧਾਰਨ ਕੀਤੀ, ਮਹਾ ਗੰਭੀਰ ਤੇ ਹਿਰਦੇ ਦੇ ਵਿੱਚ ਧੀਰਜ ਧਾਰਨ ਕਰਕੇ ਗੁਰੂ ਮਹਾਰਾਜ ਜੀ ਨੇ ਮੇਲਾ ਅਦਕ ਸੰਗਤਾਂ ਦਰਸਤ, ਮਨ ਬਾਛਤ ਗੁਰ ਤੇ ਬਰ ਪਾਏ। ਬਹੁਤ ਵੱਡਾ ਜਦੋਂ ਮੇਲਾ ਗੁਰੂ ਮਹਾਰਾਜ ਦੇ ਪਾਸ ਸੰਗਤ ਰੂਪ ਦੇ ਵਿੱਚ ਲੱਗਿਆ ਹੋਇਆ ਸੀ,
ਸੰਗਤਾਂ ਆ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਸਨ। ਤ੍ਰਿਪਤ ਨ ਹੋਤ ਬਿਲੋਕਤ ਦ੍ਰਿਗ ਭਰ, ਬੈਠਤ ਨਿਟ ਮੋਦ ਉਪਜਾਏ। ਸਾਰੇ ਰੱਜ ਰੱਜ ਕੇ ਗੁਰੂ ਜੀ ਕੇ ਦਰਸ਼ਨ ਕਰਦੇ, ਪਿਆਰ ਦੇ ਨਾਲ ਗੁਰੂ ਜੀ ਦੇ ਪਾਸ ਬੈਠ ਕੇ ਬੜੇ ਪ੍ਰਸੰਨ ਚਿੱਤ ਹੋ ਜਾਂਦੇ, ਖੁਸ਼ ਹੁੰਦੇ ਸਨ। ਸੁਨਹਿ ਬਾਕ ਸਨਮੁਖ ਇਕ ਥਿਰ ਹੋਇ, ਕਰਹਿ ਪ੍ਰੇਮ ਔਰ ਰੂਪ ਬਸਾਏ। ਕਈ ਗੁਰੂ ਜੀ ਦੇ ਸਾਹਮਣੇ ਹੋ ਕੇ ਖੜੇ ਹੋ ਕੇ ਬਚਨ ਸੁਣਦੇ, ਗੁਰੂ ਜੀ ਦੇ ਦੀਦਾਰ ਕਰਕੇ ਹਿਰਦੇ ਦੇ ਵਿੱਚ ਗੁਰੂ ਜੀ ਦੇ ਰੂਪ ਨੂੰ ਵਸਾਉਂਦੇ ਸਨ। ਜਪਹਿ ਨਾਮ ਸਿੱਖੀ ਬੜ ਸ਼ਰਧਾ, ਚਾਹਤ ਇੱਕ ਪਰਲੋਕ ਸਹਾਏ। ਕਈ ਬੜੀ ਸ਼ਰਧਾ ਦੇ ਨਾਲ ਸਿੱਖੀ ਧਾਰ ਕੇ ਹਿਰਦੇ ਵਿੱਚ ਮਹਾਰਾਜ ਜੀ ਨੂੰ ਯਾਦ ਕਰਦੇ ਨੇ, ਜਪਦੇ ਨੇ ਕਿ ਗੁਰੂ ਮਹਾਰਾਜ ਪਰਲੋਕ ਵਿੱਚ ਵੀ ਉਹਨਾਂ ਦੀ ਸਹਾਇਤਾ ਚਾਹੁੰਦੇ ਹਨ। ਇਸ ਪ੍ਰਕਾਰ ਗੁਰੂ ਮਹਾਰਾਜ ਨੂੰ ਅੱਗੇ ਬੇਨਤੀਆਂ ਕਰਦੇ ਨੇ, ਸਾਡੇ ਲੋਕ ਨੂੰ, ਸਾਡੇ ਪਰਲੋਕ ਨੂੰ ਸਵਾਰ ਦੇਵੋ ਜੀ। ਇਮ ਮੇਲਾ ਬੜ ਪੰਜ ਦਿਵਸ ਲਾ, ਰਹਿਓ ਹਜੂਰ ਸਮੇਤ ਆਨੰਦ। ਇਵੇਂ 5 ਦਿਨਾਂ ਤੱਕ ਗੁਰੂ ਮਹਾਰਾਜ ਪਾਸ ਵੱਡੀ ਗਿਣਤੀ ਵਿੱਚ ਸੰਗਤ ਆਈ ਆ। ਗੁਰੂ ਜੀ ਸਹਿਤ ਉਹਨਾਂ ਦੇ ਸੂਰਬੀਰ, ਉਹਨਾਂ ਦੇ ਸਿੱਖ ਬੜੇ ਆਨੰਦ ਵਿੱਚ ਸਨ ਸਭ ਹੀ। ਮੁਖ ਸਿੱਖ ਜਿਨ ਕੇ ਸੰਗ ਸੰਗਤ, ਤਿਸੇ ਦੇਸ਼ ਕੋ ਮਹਾ ਮਸੰਦ। ਜਿਸ ਦੇਸ਼ ਦੀ ਸਿੱਖ ਸੰਗਤ ਸੀ, ਮਹਾਰਾਜ ਨੇ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਜਿਹੜੇ ਮਸੰਦ ਗੁਰੂ ਘਰ ਦੇ ਪ੍ਰਚਾਰਕ ਆਏ ਹੋਏ ਸਨ। ਦੇ ਦੇ ਸਰੂਪਾਉ ਸਭ ਹਨ ਕੋ, ਕਰੇ ਬਿਸਰਜਨ ਜਥਾ ਬਿਲੰਦ। ਗੁਰੂ ਮਹਾਰਾਜ ਨੇ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਆਈ ਹੋਈ ਸੰਗਤ ਦਾ, ਗੁਰੂ ਘਰ ਦੇ ਪ੍ਰਚਾਰਕਾਂ ਦਾ ਸਨਮਾਨ ਕੀਤਾ। ਸਿਰੋਂ ਪਾਉ ਦੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਸਨੇ ਸਨੇ ਗਮਨੇ ਇਮ ਸਗਰੇ, ਵਰਨਤ ਸਤਿਗੁਰ ਕੇ ਗੁਣ ਬ੍ਰਿੰਦ। ਤੇਰੇ ਜਿਹੜੀ ਵੱਡੀ ਗਿਣਤੀ ਵਿੱਚ ਸੰਗਤ ਆਈ ਹੋਈ ਸੀ ਨਾ, ਤੇ ਉਹਨਾਂ ਨੇ ਫਿਰ ਹੌਲੀ ਹੌਲੀ ਸਹਿਜੇ ਸਹਿਜੇ ਵਿਦਾ ਹੋਣਾ ਕੀਤਾ ਹੈ ਵਾਪਸ। ਤੇ ਰਸਤੇ ਵਿੱਚ ਜਾਂਦੇ ਜਾਂਦੇ ਵੀ ਗੁਰੂ ਜੀ ਦੇ ਜਿਹੜੇ ਗੁਣ ਸੀ ਨਾ, ਉਹ ਇੱਕ ਦੂਜੇ ਨਾਲ ਕਹਿ ਰਹੇ, ਵਰਣਨ ਕਰ ਰਹੇ ਹਨ। ਢੀਲ ਵਿਸਾਲ ਸੁਭਾਉ ਕਿਰਪਾਲੂ, ਉਪਕਾਰੀ ਸਤਿਗੁਰ ਬਰਬੀਰ। ਮੁਖ ਤੋਂ ਕਹਿੰਦੇ ਸਨ ਗੁਰੂ ਜੀ ਦਾ ਕਿੱਡਾ ਵਿਸ਼ਾਲ ਡੀਲ ਡੋਲ ਹੈ, ਤੇ ਉਹਨੇ ਮਹਾਰਾਜ ਦਾ ਵੱਡਾ ਦਿਲ ਹੈ ਜਿੱਦਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਡੀਲ ਡੋਲ ਆ। ਬੜੇ ਕਿਰਪਾਲੂ ਹਨ ਸਾਹਿਬ ਜੀ। ਦਾਤਾ ਮਹਿਦ ਨਿਹਾਲ ਕਰਤ ਜਨ, ਰਿਪ ਤੁਰਕਨ ਗਨ ਹਰਤਾ ਧੀਰ। ਗੁਰੂ ਜੀ ਬਹੁਤ ਉਪਕਾਰੀ ਨੇ, ਆਪਣੇ ਸਿੱਖਾਂ ਨੂੰ ਦਾਤਾਂ ਦੇ ਕੇ, ਉਹਨਾਂ ਨੂੰ ਖੁਸ਼ੀਆਂ ਦੇ ਕੇ ਨਾ ਨਿਹਾਲ ਕਰ ਦਿੰਦੇ ਹਨ। ਜਹ ਕਹਿ ਦਾਸਨ ਬਨਹਿ ਸਹਾਇਕ, ਜੇ ਸਿਮਰਤ ਔਰ ਪਰਤੇ ਭੀਰ। ਜਦੋਂ ਕਦੇ ਵੀ ਗੁਰੂ ਜੀ ਐਸੇ ਨੇ ਕਿ ਸਿੱਖ ਨੂੰ ਲੋੜ ਪੈਂਦੀ ਆ ਨਾ, ਭੀੜ ਪੈਂਦੀ ਹੈ, ਤਾਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਨੇ ਜਦੋਂ ਸਿੱਖ, ਤਾਂ 6ਵੇਂ ਪਾਤਸ਼ਾਹ ਜੀ ਉਹਨਾਂ ਦੀ ਮਦਦ ਵੀ ਕਰਦੇ ਨੇ ਤੇ ਤੁਰਕਾਂ ਦਾ ਨਾਸ਼ ਵੀ ਕਰ ਦਿੰਦੇ ਹਨ। ਐਸੇ ਹਨ ਸਾਹਿਬ ਜੀ। ਧਨੁਖ ਤੀਰ ਧਰ ਹਰ ਹਰ ਤੀਰ ਹੈ, ਪੀਰਨ ਪੀਰ ਸੋ ਮੀਰਨ ਮੀਰ। ਧਨੁਖ ਤੀਰ ਇਹ ਸਭ ਕੁਝ ਧਾਰਨ ਕਰਦੇ ਨੇ, ਸ਼ਸਤਰ ਧਾਰੀ ਹੋ ਕੇ ਵੈਰੀਆਂ ਨੂੰ ਮਾਰਦੇ ਨੇ, ਤੀਰ ਵੀ ਖੋਹ ਲੈਂਦੇ ਹਨ। ਪੀਰਾਂ ਦੇ ਪੀਰ ਤੇ ਮੀਰਾਂ ਦੇ ਮੀਰ ਹਨ ਸਾਹਿਬ ਜੀ। ਇਤਿਆਦਿਕ ਗੁਣ ਵਰਨਤ ਜਾਂਤੇ, ਦੇਸ਼ ਵਿਦੇਸ਼ਨ ਮਹਿ ਬਿਦਤਾਏ। ਇਤਿਆਦਿਕ ਬਹੁਤ ਗੁਣ ਸੰਗਤਾਂ ਮਹਾਰਾਜ ਦੇ ਵਰਣਨ ਕਰਦੀਆਂ ਨੇ। ਦੇਸ਼ਾਂ ਤੋਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਆਈਆਂ, ਗੁਰੂ ਜੀ ਦਾ ਜਸ ਘਰ ਘਰ ਵਿੱਚ ਉਹਨਾਂ ਜਾ ਕੇ ਪ੍ਰਗਟ ਕਰ ਦਿੱਤਾ ਹੈ। ਅਦਭੁਤ ਕਰਮ ਜਿਨਹੁ ਕੇ ਦੀਖਿਅਤ, ਅਨਗਨ ਸੈਨਾ ਦੀਨ ਖਪਾਏ। ਜਿਨ੍ਹਾਂ ਨੇ ਫਿਰ ਗੁਰੂ ਮਹਾਰਾਜ ਬਾਰੇ ਇਹ ਕਿਹਾ ਜਾ ਕੇ, ਸਤਿਗੁਰੂ ਜੀ ਨੇ ਆਪਣੀ ਪਹਿਲੀ ਜੰਗ, ਦੂਜੀ ਜੰਗ, ਤੀਜੀ ਜੰਗ ਦੇ ਵਿੱਚ ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਮੁੱਠੀ ਭਰ ਯੋਧਿਆਂ ਨੂੰ ਲੈ ਕੇ ਉਹਨਾਂ ਨੂੰ ਮਾਰ ਮੁਕਾਇਆ ਹੈ। ਸੰਸਾਰ ਪੁਜਿਓ ਨਾ ਮੁਲਖਨ ਮਾਲਕ, ਅਪਰ ਕੌਣ ਅਰ ਸਕਹਿ ਅਗਾਏ। ਤੇ ਜਿਹੜਾ ਮੁਲਕ ਦਾ ਬਾਦਸ਼ਾਹ ਸ਼ਾਹਜਹਾਂ ਹੈ ਨਾ, ਉਹ ਵੀ ਗੁਰੂ ਪਾਤਸ਼ਾਹ ਜੀ ਦੀ ਬਰਾਬਰੀ ਨਹੀਂ ਕਰ ਸਕਦਾ। ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਫਿੱਕਾ ਜਾਪਦਾ ਹੈ। ਸ਼੍ਰੀ ਹਰਿ ਗੋਬਿੰਦ ਚੰਦ ਬੰਦਨਾ,
ਕਰਹਿ ਸੁਰਾਸੁਰ ਜਿਨ ਕੇ ਪਾਏ। ਕਹਿੰਦੇ ਇਨਸਾਨਾਂ ਦਾ ਕੀ ਹੈ, ਇੰਦਰ ਵਰਗਾ ਜਿਹੜਾ ਦੇਵਤਾ ਬੜਾ ਸ਼ਕਤੀਸ਼ਾਲੀ ਜਿਹਨੂੰ ਮੰਨਦੇ ਨੇ ਕਿ ਸਵਰਗ ਲੋਕ ਦਾ ਦੇਵਤਾ, ਉਹ ਵੀ ਆ ਕੇ ਗੁਰੂ ਜੀ ਨੂੰ ਮੱਥਾ ਟੇਕਦਾ ਹੈ, ਉਹ ਵੀ ਆ ਕੇ ਗੁਰੂ ਮਹਾਰਾਜ ਨੂੰ ਸਜਦਾ ਕਰਦਾ ਹੈ। 5 ਦਿਵਸ ਅਸ ਬੀਤ ਗਏ, ਜਬ ਸਤਿਗੁਰ ਬੈਠੇ ਸਭਾ ਲਗਾਏ। ਇਵੇਂ ਫਿਰ ਹੌਲੀ ਹੌਲੀ 5 ਦਿਨ ਬੀਤੇ ਨੇ। ਗੁਰੂ ਮਹਾਰਾਜ ਨੇ ਜਦੋਂ ਦੀਵਾਨ ਸਜਾਇਆ ਹੈ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਕਹਿਣ ਲੱਗੇ ਹਨ, ਪੈਂਦ ਖਾਨ ਕੋ ਸਿਮਰਨ ਕੀਨਸ, ਕਿਸ ਕਾਰਨ ਤੇ ਇਤਨ ਆਏ। ਗੁਰੂ ਜੀ ਕਹਿਣ ਲੱਗੇ ਜਿਹੜਾ ਪੈਂਦੇ ਖਾਂ ਹੈ ਉਹ ਆਇਆ ਹੀ ਨਹੀਂ ਇੱਧਰ, ਕਿਤਨੇ ਦਿਨ ਹੋ ਗਏ। ਮਹਾਰਾਜ ਕਹਿੰਦੇ ਕਿਹੜਾ ਕਾਰਨ ਆ ਜਿਹਦੇ ਕਰਕੇ ਮੁਖ ਨਹੀਂ ਦਿਖਾਇਆ ਹੈ। ਕੋਸ਼ਿਸ਼ ਭਰਤ ਰੰਗ ਕੋ ਲੈ ਕਰ, ਫੇਰ ਨਹੀਂ ਨਿਜ ਬਦਨ ਦਿਖਾਏ। ਜਦੋਂ ਦਾ ਮਹਾਰਾਜ ਜੀ ਕਹਿੰਦੇ ਉਹਨੂੰ ਸੁੰਦਰ ਪੋਸ਼ਾਕ ਤੇ ਘੋੜਾ ਦਿੱਤਾ ਹੈ ਨਾ, ਉਦੋਂ ਦਾ ਹੀ ਨਹੀਂ ਆਇਆ ਇੱਥੇ, ਆਪਣਾ ਚਿਹਰਾ ਨਹੀਂ ਉਹਨੇ ਆ ਕੇ ਦਿਖਾਇਆ ਹੈ। ਔਰ ਹੰਕਾਰ ਕੇ ਹੈ ਤੇ ਗਿਰਗਾ, ਲੱਗੀ ਚੋਟ ਕਹਿ ਰਹਿਓ ਲੱਜਾਏ। ਸਤਿਗੁਰੂ ਜੀ ਕਹਿੰਦੇ ਕੀ ਉਹਦੇ ਹਿਰਦੇ ਵਿੱਚ ਹੰਕਾਰ ਹੈ, ਜਾਂ ਘੋੜੇ ਤੋਂ ਡਿੱਗ ਗਿਆ, ਕਿਤੇ ਸੱਟ ਤਾਂ ਨਹੀਂ ਲੱਗ ਗਈ ਉਸਦੇ, ਜਾਂ ਕਿਤੇ ਸ਼ਰਮ ਦਾ ਮਾਰਾ ਨਹੀਂ ਆਇਆ ਹੈ ਹੁਣ। ਕਾਰਨ ਘਨੇ ਵਿਚਾਰ ਕਰੇ ਇਮ, ਤਬ ਸਤਿਗੁਰੂ ਬਿਠਾਇਓ ਦਾਸ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਨੇ ਕਈ ਕਾਰਨ ਕਰਕੇ ਵਿਚਾਰ ਕੀਤੇ ਨੇ ਤੇ ਇੱਕ ਸੇਵਕ ਨੂੰ ਕੋਲ ਬੁਲਾਇਆ। ਮਹਾਰਾਜ ਨੇ ਸਾਰੀ ਗੱਲ ਉਹਨੂੰ ਸਮਝਾ ਦਿੱਤੀ ਤੇ ਕਹਿ ਕੇ ਭੇਜਿਆ ਹੈ, ਸੁਧ ਸਗਰੀ ਨੀਕੇ ਅਬ ਲੀਜਹਿ, ਗਮਨ ਹੋ ਪੈਂਦ ਖਾਨ ਕੇ ਪਾਸ। ਕਹਿੰਦੇ ਹੁਣ ਜਾ ਕੇ ਨਾ ਤੇ ਚੰਗੀ ਤਰ੍ਹਾਂ ਸਾਰੀ ਖਬਰਸਾਰ ਲਵੋ, ਪੈਂਦੇ ਖਾਂ ਦੇ ਪਾਸ ਜਾ ਕੇ ਪੁੱਛੋ ਕਿਉਂ ਨਹੀਂ ਆਇਆ ਭਲਾ, ਉਹ ਇਤਨੇ ਦਿਨ ਹੋ ਗਏ ਹਨ। ਹਮ ਦਿਸ਼ ਤੇ ਤਿਸ ਜਾਏ ਹਕਾਰ ਹੋ, ਅਨ ਹੋ ਸੰਗ ਹੋਏ ਨਿਰਜਾਸ। ਸਾਡੇ ਵੱਲੋਂ ਜਾ ਕੇ ਮਹਾਰਾਜ ਕਹਿੰਦੇ ਉਹਨੂੰ ਸੁਨੇਹਾ ਦੇਵੋ ਕਿ ਅਸੀਂ ਉਹਨੂੰ ਯਾਦ ਕੀਤਾ, ਇੱਥੇ ਬੁਲਾਵੋ ਤੇ ਆਪਣੇ ਨਾਲ ਹੀ ਲੈ ਕੇ ਆਉਣਾ ਹੈ ਉਸ ਨੂੰ। ਸੁਨਤ ਗਇਓ ਤਬ ਪਹੁੰਚ ਬਿਲੋਕਿਓ, ਮਲਨ ਬਸਨ ਜੁਤ ਹੁਤੋ ਉਦਾਸ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਸੇਵਕ ਉੱਥੋਂ ਜਾਂਦਾ ਹੈ, ਕਿਉਂਕਿ ਉਹ ਕਈ ਦਿਨ ਹੋ ਗਏ ਮਹਾਰਾਜ ਪਾਸ। ਜਦੋਂ ਦਾ ਘੋੜਾ ਲੈ ਕੇ ਗਿਆ ਸੀ, ਉਹ ਪੋਸ਼ਾਕ ਲੈ ਕੇ ਗਿਆ ਸੀ ਨਾ, ਤੇ ਆਇਆ ਨਹੀਂ ਸੀ ਸ਼ਰਮ ਦਾ ਮਾਰਾ। ਬਾਕੀ ਉਹਨੇ ਝੂਠ ਬੋਲ ਦਿੱਤਾ ਸੀ ਨਾ ਕਿ ਬਾਜ ਇੱਧਰ ਨਹੀਂ ਆਇਆ। ਇਸ ਕਰਕੇ ਫਿਰ ਮਹਾਰਾਜ ਜਾਣਨਾ ਚਾਹੁੰਦੇ ਨੇ ਉਹਦੇ ਦਿਲ ਦੇ ਵਿੱਚ ਕੀ ਆ। ਜਾਣਦੇ ਸਭ ਨੇ, ਪਰ ਇੱਕ ਸੇਵਕ ਨੂੰ ਭੇਜ ਦਿੱਤਾ ਤੇ ਜਾ ਕੇ ਵੇਖਿਆ ਪੈਂਦੇ ਖਾਂ ਨੇ ਬੜੇ ਮੈਲੇ ਜੇ ਕੱਪੜੇ ਪਾਏ ਹੋਏ ਨੇ, ਬੜਾ ਹੀ ਉਦਾਸ ਬੈਠਾ ਹੈ ਘਰ ਦੇ ਵਿੱਚ। ਸੁਨਹੁ ਖਾਨ ਜੀ ਗੁਰੂ ਹਕਾਰਤ, ਕਹਿਓ ਸੰਗ ਆਪਣੇ ਤੂੰ ਲਿਆਏ। ਇਵੇਂ ਫਿਰ ਸੇਵਕ ਨੇ ਕਿਹਾ ਜਾ ਕੇ, ਕਹਿੰਦਾ ਪੈਂਦੇ ਖਾਨ ਜੀ ਸੁਣੋ, ਮੈਂ ਗੁਰੂ ਜੀ ਦਾ ਭੇਜਿਆ ਹੋਇਆ ਇੱਕ ਦਾਸ ਹਾਂ। ਗੁਰੂ ਜੀ ਨੇ ਤੁਹਾਨੂੰ ਯਾਦ ਕੀਤਾ ਹੈ, ਆਓ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਣਾ ਹੈ ਹੁਣ। ਮੂੜ ਕੋ ਭਾਗੀ ਬਰੇਰਿਓ ਕਾਲਸੋ, ਜਿਮ ਬੈਠਿਓ ਤਿਮ ਉਠਿਓ ਸਦਾਏ। ਫਿਰ ਉਹ ਜਿਹੜਾ ਭੈੜੇ ਭਾਗਾਂ ਵਾਲਾ ਸੀ ਨਾ, ਫਿਰ ਜਿਵੇਂ ਉੱਥੇ ਬੈਠਾ ਸੀ ਉਵੇਂ ਹੀ ਉੱਠ ਕੇ ਚਲਾ ਗਿਆ, ਕਿਉਂਕਿ ਉਹਨੇ ਉਹ ਪੋਸ਼ਾਕ ਨਹੀਂ ਨਾ ਪਾਈ ਹੁਣ ਜਿਹੜੀ ਮਹਾਰਾਜ ਨੇ ਆਖਿਆ ਸੀ ਪਾ ਕੇ ਆਇਆ ਕਰੀ, ਉਹਨੂੰ ਦੇ ਦਿੱਤੀ ਸੀ। ਉਹ ਘੋੜਾ ਵੀ ਨਹੀਂ ਸੀ ਇਹਦੇ ਕੋਲੇ ਹੁਣ ਤਾਂ, ਇਸ ਕਰਕੇ ਜਿਵੇਂ ਜਿਵੇਂ ਬੈਠਾ ਸੀ ਉਵੇਂ ਹੀ ਉੱਠ ਕੇ ਆਇਆ ਹੈ। ਜਦੋਂ ਨੀਕੇ ਵਸਤਰ ਸ਼ਸਤਰ ਨਹਿ ਪਹਿਰੇ, ਹੁਣ ਹਾਰ ਨੇ ਤਥਾ ਕਰਾਏ। ਗੁਰੂ ਮਹਾਰਾਜ ਨੇ ਜਿਹੜੇ ਸ਼ਸਤਰ ਇਹਨੂੰ ਦਿੱਤੇ ਸੀ ਨਾ, ਉਹ ਵੀ ਇਹਨੇ ਅੰਗ ਤੇ ਹੁਣ ਪਹਿਨੇ ਨਹੀਂ ਹੈਗੇ, ਤੇ ਨਾ ਇਹਦੇ ਕੋਲ ਹੁਣ ਕੋਈ ਘੋੜਾ ਹੈ। ਜਿਵੇਂ ਹੋਣੀ ਨੇ ਕਰਵਾਉਣਾ ਸੀ ਉਵੇਂ ਹੀ ਹੋ ਰਿਹਾ ਇਸ ਦੇ ਨਾਲ। ਨਹਿ ਦੁਰੰਗ ਪਰ ਚੜ ਕਰ ਗਮਨਿਓ, ਮਹਾ ਬਸੂਰਤ ਆਇਬ ਪਾਏ। ਗੁਰੂ ਮਹਾਰਾਜ ਨੇ ਇਹਨੂੰ ਇਹ ਸਾਰੀਆਂ ਚੀਜ਼ਾਂ ਤਾਂ ਹੀ ਦਿੱਤੀਆਂ ਸੀ ਨਾ, ਇੱਕ ਘੋੜਾ, ਇੱਕ ਪੋਸ਼ਾਕ, ਇੱਕ ਪਗੜੀ, ਇੱਕ ਢਾਲ, ਇੱਕ ਖੰਡਾ। ਤੇ ਹੁਣ ਇਹਨੇ ਕੀ ਆਖਿਆ ਕਿ ਉਵੇਂ ਹੀ ਆ ਗਿਆ। ਮਹਾਰਾਜ ਨੇ ਆਖਿਆ ਸੀ ਜਦੋਂ ਪੈਂਦੇ ਖਾਉਣਾ ਹੈ ਸੱਜ ਫੱਬ ਕੇ ਆਇਆ ਕਰਨਾ ਸਾਡੇ ਪਾਸ। ਇਹ ਸੁੰਦਰ ਘੋੜਾ ਜੀ ਦਾ ਲੱਖਾਂ ਰੁਪਈਆ ਮੁੱਲ ਦੇ ਕੇ ਸਿੱਖ ਨੇ ਲਿਆਂਦਾ, ਇਹਦੇ ਤੇ ਸਵਾਰ ਹੋ ਕੇ ਆਇਆ ਕਰੀ, ਇਹ ਪੋਸ਼ਾਕ ਪਹਿਨ ਕੇ ਆਇਆ ਕਰੀ, ਇਹ ਪਗੜੀ ਬੰਨ੍ਹ ਕੇ ਆਇਆ ਕਰੀ। ਪਰ ਇਹ ਤਾਂ ਉਵੇਂ ਹੀ ਆ ਗਿਆ ਹੈ, ਕਿਉਂਕਿ ਸਾਰਾ ਕੁਝ ਤਾਂ ਇਹਦੇ ਦਾਮਾਦ, ਇਹਦੇ ਜਵਾਈ ਕੋਲੇ ਹੈ ਨਾ।
ਤੇ ਨਾ ਘੋੜੇ ਤੇ ਚੜਿਆ, ਮੁਰਝਾਈ ਹੋਈ ਸੂਰਤ ਲੈ ਕੇ ਪੈਦਲ ਹੀ ਆ ਗਿਆ ਹੈ ਹੁਣ। ਸ੍ਰੀ ਸਤਿਗੁਰ ਕੋ ਬੰਧਨ ਕਰਕੇ ਸਨਮੁਖ ਬੈਠਿਓ ਮਤ ਵਿੱਚ ਲਾਏ। ਹੁਣ ਗੁਰੂ ਮਹਾਰਾਜ ਨੂੰ ਆ ਕੇ ਬੰਦਨਾ ਕੀਤੀ ਹਾ, ਤੇ ਭੈੜਾ ਜਿਹਾ ਜਿਹੜਾ ਹੁਣ ਮੁਖ ਬਣਾਇਆ ਹੋਇਆ ਸੀ, ਬੜਾ ਉਦਾਸ ਸੀ, ਕਿਉਂਕਿ ਹੁਣ ਇਹ ਝੂਠਾ ਸੀ ਨਾ ਸਾਰੀਆਂ ਗੱਲਾਂ ਦੇ ਵਿੱਚ, ਇਹਦਾ ਵੱਸ ਵੀ ਨਹੀਂ ਸੀ ਚੱਲਦਾ, ਤੇ ਸਾਹਮਣੇ ਆ ਕੇ ਬੈਠ ਗਿਆ ਹੁਣ। ਦੇਖ ਨਾ ਸਕਹਿ ਸਮੁਖ ਮਨ ਖੋਟਾ, ਅੰਤਰਜਾਮੀ ਸਭ ਲਖ ਪਾਏ। ਗੁਰੂ ਮਹਾਰਾਜ ਤਾਂ ਸਭ ਜਾਣਦੇ ਨੇ ਕਿ ਇਹਦੇ ਮਨ ਵਿੱਚ ਇੱਕ ਖੋਟ ਹੈ, ਘਰ ਦੇ ਵਿੱਚ ਸਾਡਾ ਹੀ ਬਾਜ ਇਹਨਾਂ ਲੁਕੋਇਆ, ਤੇ ਉਹਨੇ ਦੱਸਣਾ ਵੀ ਨਹੀਂ ਹੁਣ, ਕਿਉਂਕਿ ਡਰਦਾ ਜੇ ਦੱਸ ਦਿੱਤਾ ਤੇ ਮੇਰੀ ਪਤਨੀ ਮੇਰੇ ਨਾਲ ਲੜੇਗੀ, ਮੇਰਾ ਦਾਮਾਦ ਆਤਮ ਹੱਤਿਆ ਵੀ ਕਰ ਸਕਦਾ। ਉਹਨੇ ਡਰਾ ਦਿੱਤਾ ਸੀ ਨਾ ਕਿ ਜੇ ਕਿਸੇ ਨੇ ਬਾਜ ਬਾਰੇ ਪੁੱਛਿਆ ਤੇ ਮੁੱਕਰ ਜੀ ਤੂੰ। ਹੁਣ ਮਨ ਵਿੱਚ ਖੋਟ ਹੈ, ਗੁਰੂ ਜੀ ਇਹਦੇ ਮਨ ਨੂੰ ਪੜ੍ਹ ਗਏ ਨੇ, ਸਭ ਕੁਝ ਜਾਣ ਗਏ ਹਨ ਸਾਹਿਬ ਜੀ। ਸ੍ਰੀ ਮੁਖ ਬੂਝਿਓ ਪੋਸ਼ਿਸ਼ ਚੀਰਾ, ਪਹਿਰ ਭਲੇ ਤਨ ਕਿਉਂ ਨਹਿ ਆਏ। ਗੁਰੂ ਮਹਾਰਾਜ ਨੇ ਫਿਰ ਪੁੱਛਿਆ, ਸਭ ਕੁਝ ਜਾਣਦੇ ਸੀ, ਕਹਿੰਦੇ ਕਿਆ ਖਾਨ ਸਾਹਿਬ ਜੀ, ਪੈਂਦੇ ਖਾਂ ਜੀ, ਉਹ ਪੁਸ਼ਾਕ ਨਹੀਂ ਪਹਿਨ ਕੇ ਆਏ ਜਿਹੜੀ ਤੁਹਾਨੂੰ ਦਿੱਤੀ ਸੀ, ਤੇ ਉਹ ਪਗੜੀ ਵੀ ਨਹੀਂ ਦਿਖ ਰਹੀ ਜਿਹੜੀ ਆਪ ਜੀ ਨੂੰ ਮੈਂ ਕਿਹਾ ਸੀ ਪਹਿਨ ਕੇ ਆਇਆ ਕਰੋ, ਕਿਉਂ ਨਹੀਂ ਪਹਿਨ ਕੇ ਆਏ ਹੋ। ਖੜਗ ਸਿਪਰ ਜੁਦ ਚੜਿਓ ਤੋ ਰੰਗ ਨੈ, ਕਿਮ ਆਇਓ ਅਸ ਹੁਕਮ ਮਿਟਾਏ। ਤੇ ਤਲਵਾਰ ਤੇ ਢਾਲ ਉਹ ਕਿੱਥੇ ਗਈ, ਉਹ ਦੋ ਧਾਰਾਂ ਵਾਲਾ ਖੰਡਾ, ਤੇ ਉਹ ਘੋੜਾ ਕਿੱਥੇ ਆ ਜਿਹੜਾ ਆਪ ਜੀ ਨੂੰ ਅਸੀਂ ਦੇ ਦਿੱਤਾ ਸੀ ਪਿਆਰ ਵਿੱਚ ਆ ਕੇ, ਉਹ ਤੇ ਸਵਾਰ ਹੋ ਕੇ ਨਹੀਂ ਆਏ, ਪੈਦਲ ਹੀ ਆ ਗਏ ਹੋ। ਇਸ ਕਰਕੇ ਸਾਡੇ ਵੱਲੋਂ ਹੁਕਮ ਅਦੂਲੀ ਕਿਉਂ ਕੀਤੀ ਆ, ਜੋ ਬਚਨ ਅਸੀਂ ਕਿਹਾ ਸੀ ਉਹ ਕਿਉਂ ਨਹੀਂ ਕਮਾਇਆ ਹੈ। ਇਹ ਮਹਾਰਾਜ ਫਿਰ ਆਏ ਹੋਏ ਪੈਂਦੇ ਖਾਂ ਨੂੰ, ਜਿਹਦੇ ਮਨ ਵਿੱਚ ਬੜੀ ਹੁਣ ਖੋਟ ਆ, ਜਿਹੜਾ ਗੁਰੂ ਮਹਾਰਾਜ ਦੇ ਸਾਹਮਣੇ ਝੂਠਾ ਹੈ, ਇਹਨੇ ਸਤਿਗੁਰੂ ਜੀ ਦਾ ਹੀ ਬਾਜ ਘਰ ਵਿੱਚ ਲੁਕੋਇਆ, ਕਿਹਦੇ ਖਾਤਰ, ਆਪਣੇ ਦਾਮਾਦ ਨੂੰ ਖੁਸ਼ ਕਰਨ ਦੀ ਖਾਤਰ। ਤਾਂ ਗੁਰੂ ਸਾਹਿਬ ਤਾਂ ਸਭ ਜਾਣਦੇ ਨੇ ਪਰ ਪੁੱਛ ਰਹੇ ਨੇ। ਹੁਣ ਇਹ ਪੈਂਦੇ ਖਾਂ ਅੱਗੇ ਗੁਰੂ ਮਹਾਰਾਜ ਜੀ ਦੇ ਅੱਜ ਦਿੱਤੇ ਹੋਏ ਪੁੱਛੇ ਹੋਏ ਸਵਾਲਾਂ ਦਾ ਜਵਾਬ ਕੀ ਦੇਵੇਗਾ। ਅੱਗੇ ਗੁਰੂ ਮਹਾਰਾਜ ਜੀ ਫਿਰ ਕੀ ਕੀ ਕੌਤਕ ਕਰਦੇ ਨੇ, ਚੋਜ ਕਰਦੇ ਨੇ, ਤੇ ਇਹਦਾ ਜਿਹੜਾ ਖੋਟਾਪਣ ਹੈ ਪੈਂਦੇ ਖਾਂ ਦਾ, ਆਪਣੇ ਹੱਥਾਂ ਨਾਲ ਮਹਾਰਾਜ ਨੇ ਉਸ ਨੂੰ ਪਾਲਿਆ ਸੀ ਬੜੇ ਪਿਆਰ ਦੇ ਨਾਲ। ਤੇਰੀ ਜਿਹੜੀ ਬੇਮੁਖਤਾ ਹੈ, ਗੁਰੂ ਵੱਲ ਪਿੱਠ ਕਰਨ ਦਾ ਜਿਹੜਾ ਪ੍ਰਸੰਗ ਆ, ਇਹਦੀ ਬੇਮੁਖਤਾ ਵਾਲਾ ਉਹ ਅੱਗੇ ਆਵੇਗਾ। ਜਿਵੇਂ ਗੁਰੂ ਜੀ ਬੁਲਾਉਣਗੇ ਤਿਵੇਂ ਤਿਵੇਂ ਸਾਂਝ ਪਾਈ ਜਾਵੇਗੀ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਜੀ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ, ਬੋਲਦੇ ਆ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ, ਬਖਸ਼ ਲੈਣ ਅੱਗੇ ਵਾਸਤੇ ਅਸੀਸ ਬਖਸ਼ੋ। ਆਓ ਪਿਆਰ ਸਤਿਕਾਰ ਨਾਲ ਪੰਕਤੀਆਂ ਪੜ੍ਹ ਕੇ ਫਤਿਹ ਅਰਜ ਕਰੀਏ ਜੀ। ਸ੍ਰੀ ਮੁਖ ਬੂਝਿਓ ਪੋਸ਼ਿਸ਼ ਚੀਰਾ, ਪਹਿਰ ਭਲੇ ਤਨ ਕਿਉਂ ਨਹਿ ਆਏ। ਖੜਗ ਸਿਪਰ ਜੁਦ ਚੜਿਓ ਤੁਰੰਗ ਨਾ, ਕਿਮ ਆਇਓ ਅਸ ਹੁਕਮ ਮਿਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।